शास्त्र खाट पिंग गिरन चढ़ जाए। अंध लखै बदरो सुन जो काल कृपा कराए। गुरु नानक पुरुषोत्तम परम परावरनाथ। जुगल चरण मम बंदना तर कर तर पर माथ। गुरु नानक सुख सिंधु को हाथ जोर प्रणाम। जिस करना ते बढ़ियोगी पावह गत विश्राम। वाहिगुरु साहिब जीओ। बिलावल महला पंजवा। उदम करत आनंद पाया सिमरत सुख सार। जप जप नाम गोबिंद का पूरन विचार। उदम करत आनंद पाया सिमरत सुख सार। जप जप नाम गोबिंद का पूरन विचार। चरण कमल गुर के जपत हर जप हऊँ जीवा। पार ब्रह्म आराधते मुख अमृत पीवा। रहाओ जीव जंत सब सुख बसे सब काय मान लोच। पर उपकार नित चितवते नाहि कछ पूछ। धन सो थान बसंत धन जह जपिया नाम। कथा कीर्तन हर अत कना सुख सहज विश्राम। मन ते कदे न विसरै अनाथ को नाथ। नानक प्रभ शरणागति जाकै सब किश हाथ। मन ते कदे न विसरै अनाथ को नाथ। नानक प्रभ शरणागति जाकै सब किश हाथ। वाहिगुरु जी का खालसा वाहिगुरु जी की फतेह। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब महाराज जी की महान बख्शिश कृपालता का सदका महापुरखों के श्रेष्ठ उद्यम और प्रचारक द्वारा सारिया संगतां दे सहयोग नाल धन धन साहिब श्री गुरु नानक देव जी महाराज आप जी दे सत्कारयोग पिता और माता जी की याद विच ये जो पवित्र स्थान बड़े प्यार दे नाल स्थापित किया गया। महापुरखों के मन की भावना के बड़े बड़े गुरसिखां की याद विच भी स्थान संगतां ने सुभावेमान किए हैं कि गुरु साहिब दे
ਸਤਿਕਾਰਯੋਗ ਪਿਤਾ ਜੀ ਦੀ ਯਾਦ ਵਿੱਚ ਜਾਂ ਮਾਤਾ ਜੀ ਦੀ ਯਾਦ ਵਿੱਚ ਕੋਈ ਐਸਾ ਸਥਾਨ ਜਿਹਦੇ ਵਾਸਤੇ ਉਪਰਾਲਾ ਨਹੀਂ ਸੀ ਹੋਇਆ, ਸੰਗਤ ਦੀ, ਮਹਾਂਪੁਰਖਾਂ ਦੀ ਭਾਵਨਾ ਗੁਰੂ ਮਹਾਰਾਜ ਨੇ ਇਸ ਸਥਾਨ ਨੂੰ ਕਿਰਪਾ ਕਰਕੇ ਭਾਗ ਲਾਏ ਔਰ ਗੁਰੂ ਮਹਾਰਾਜ ਨੇ ਮਿਹਰ ਬਖਸ਼ਿਸ਼ ਕੀਤੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੋਹਣੇ ਪ੍ਰਕਾਸ਼ ਹੋਏ। ਮਹਾਰਾਜ ਦੀ ਅਪਰਪਾਰ ਕਿਰਪਾ ਦੇ ਨਾਲ ਸੰਗਤ ਔਰ ਪੰਗਤ ਦੀ ਜਿਹੜੀ ਮਰਜ਼ਾਦਾ ਜੋ ਮਹਾਰਾਜ ਆਪ ਚਲਾ ਗਏ, ਉਸ ਨੂੰ ਵੀ ਕਾਇਮ ਕੀਤਾ ਗਿਆ ਔਰ ਨਿਤਨੇਮ, ਕਥਾ ਕੀਰਤਨ ਜੋ ਗੁਰੂ ਘਰ ਦੀਆਂ ਇਹ ਪਰੰਪਰਾ ਹਨ ਔਰ ਮਹਾਂਪੁਰਖਾਂ ਵੱਲੋਂ ਜੋ ਸਿੱਖਿਆ ਮਿਲੀ ਹੈ, ਉਹਦੇ ਅਨੁਸਾਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਸ਼੍ਰੀਮਾਨ ਸੰਤ ਬਾਬਾ ਜੋਗਿੰਦਰ ਸਿੰਘ ਜੀ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਹੋਰ ਬੜੇ ਪਰਉਪਕਾਰ ਦੇ ਕਾਰਜ ਕਰ ਰਹੇ ਹੈ, ਗੁਰੂ ਮਹਾਰਾਜ ਨੇ ਇਹ ਵੀ ਉਹਨਾਂ ਨੂੰ ਸੁਭਾਗ ਬਖਸ਼ਿਸ਼ ਕੀਤਾ। ਦਮੇਲੀ ਨਗਰ 'ਚ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਚ ਆਪ ਸਾਰੀਆਂ ਸੰਗਤਾਂ ਭਲੀ ਭਾਂਤ ਜਾਣੂ ਤੇ ਜਾ ਕੇ ਨੇਤਰਾਂ ਨਾਲ ਦਰਸ਼ਨ ਵੀ ਕਰਦੇ ਹੋ, ਸਮੇਂ ਸਮੇਂ ਵਿਸ਼ਰਾਮ ਵੀ ਕਰਦੇ ਹੋ। ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਤੇ ਗਿਆਨੀ ਜੀ ਨੇ ਬੜੇ ਪਿਆਰ ਨਾਲ ਸੰਧਿਆ ਸਮੇਂ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਆਪ ਸਾਰਿਆਂ ਨੂੰ ਸਰਵਣ ਕਰਾਇਆ ਹੈ। ਉਪਰੰਤ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਬੇਨਤੀ ਸ਼੍ਰੀ ਮੁਖ ਵਾਕ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਗੁਰੂ ਕੇ ਸੇਵਾਦਾਰ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਸਾਰੀ ਸੰਗਤ ਨੂੰ ਸਰਵਣ ਕਰਾਇਆ ਹੈ। ਕੋਈ ਸਮੇਂ ਵਾਸਤੇ ਆਪ ਸੰਗਤਾਂ ਨੇ ਆਏ ਹੋਏ ਸ਼੍ਰੀ ਮੁਖ ਵਾਕ ਦੀ ਕਥਾ ਵਿਚਾਰ ਸਰਵਣ ਕਰਨੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਮਹਾਂਪੁਰਖ ਕੀ ਮਨ ਹੈ ਅਤਾਰਨ ਮਾਨ ਕੋ, ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਾਹਰ ਨੇਕੀ ਧਿਆਨ ਕੋ। ਗੁਰੂ ਸਾਹਿਬ ਜੀ ਨੇ ਇਹ ਆਪਣੇ ਮੁਖਾਰਬਿੰਦ ਤੋਂ ਬਾਣੀ ਬਖਸ਼ਿਸ਼ ਕੀਤੀ ਹੈ। ਬਹੁਤ ਸਾਰੇ ਧਰਮ ਸ਼ਾਸਤਰ ਹਨ, ਆਪੋ ਆਪਣੀ ਜਗ੍ਹਾ ਸਤਿਕਾਰਯੋਗ ਹੈ। ਉਹਨਾਂ ਦੀਆਂ ਰਚਨਾਵਾਂ ਬਾਅਦ ਵਿੱਚ ਉਹਨਾਂ ਦੇ ਸੇਵਾਦਾਰਾਂ ਵੱਲੋਂ ਕੀਤੀਆਂ ਗਈਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਐਸਾ ਸਰੂਪ ਹੈ ਜਿਹਦੀ ਰਚਨਾ ਗੁਰੂ ਮਹਾਰਾਜ ਨੇ ਆਪ ਕਿਰਪਾ ਕਰਕੇ ਕੀਤੀ ਹੈ ਔਰ ਆਪਣੇ ਜੀਵਨ ਕਾਲ ਵਿੱਚ ਇਹ ਸਰੂਪ ਤਿਆਰ ਕਰਕੇ ਇਹਨੂੰ ਗੁਰਤਾ ਗੱਦੀ ਬਖਸ਼ੀ ਔਰ ਸਾਰੇ ਦਰਬਾਰਾਂ ਵਿੱਚ ਪ੍ਰਕਾਸ਼ਮਾਨ ਕੀਤਾ। ਔਰ ਇਸ ਬਾਣੀ ਦਾ ਗੁਰੂ ਮਹਾਰਾਜ ਨੇ ਆਪ ਵੀ ਬਹੁਤ ਆਦਰ ਕਰਨਾ
ਤੇ ਸੰਗਤ ਨੂੰ ਵੀ ਸਿਖਾਇਆ। ਤੇ ਮਹਾਂਪੁਰਸ਼ਾਂ ਦੇ ਬਚਨ ਵੀ ਦੇਖੇ ਆ। ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਡਮੇਲੀ ਨਗਰ ਵਿੱਚ ਉਹਨਾਂ ਦਾ ਆਉਣਾ ਜਾਣਾ ਬੇਅੰਤਵਾਰ ਹੁੰਦਾ ਸੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਸਥਾਨ ਥੰਮ ਸਾਹਿਬ ਔਰ ਆਪ ਜੀ ਦੇ ਬਹੁਤ ਪਿਆਰੇ ਧੰਨ ਧੰਨ ਬਾਬਾ ਦਲੀਪ ਸਿੰਘ ਜੀ, ਬਾਬਾ ਮਸਤ ਜੀ, ਜੋ ਮਹਾਂਪੁਰਖਾਂ ਦੀ ਕੁਟੀਆ ਅਸਥਾਨ ਤਪੋ ਭੂਮੀ, ਉੱਥੇ ਵੀ ਕਿਰਪਾ ਕਰਦੇ ਸੀ। ਔਰ ਉਸੇ ਸਥਾਨ 'ਤੇ ਆਪ ਜੀ ਨੇ ਸੱਚਖੰਡ ਪਿਆਨਾ ਕੀਤਾ ਤੇ ਆਪ ਜੀ ਨੇ ਚਰਨ ਪਾਏ। ਦਾਸ ਵੀ ਬਚਪਨ 'ਚ ਆਪਣੇ ਸ਼੍ਰੀ ਪਿਤਾ ਜੀ ਦੇ ਨਾਲ ਗਏ। ਕੁਟੀਆ ਦੇ ਨੇੜੇ ਹੀ ਬਾਬਾ ਰਾਣਾ ਜੀ ਦਾ ਸਥਾਨ ਹੈ। ਸੰਤ ਕਪੂਰ ਸਿੰਘ ਜੀ ਵੀ ਉੱਥੇ ਮਹਾਂਪੁਰਖ ਹੋਏ। ਹੁਣ ਤਾਂ ਬਹੁਤ ਸੁੰਦਰ ਸਥਾਨ ਸੁਭਾਇਮਾਨ ਹੈ। ਪਹਿਲੇ ਸਮੇਂ 'ਚ ਸਾਦੇ ਢੰਗ ਦੀ ਕੁਟੀਆ ਸੀ ਤੇ ਸੰਤ ਮਹਾਰਾਜ ਜੀ ਉੱਥੇ ਆਏ। ਇੱਕ ਸਾਦੀ ਜਿਹੀ ਚਾਰਪਾਈ ਉੱਥੇ ਮੌਜੂਦ ਸੀ ਤੇ ਮਹਾਰਾਜ ਉਹਦੇ 'ਤੇ ਸਜ ਗਏ ਤੇ ਸ਼੍ਰੀ ਪਿਤਾ ਜੀ ਦੀ ਜੇਬ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਗੁਟਕਾ ਸੀ। ਤੇ ਮਹਾਰਾਜ ਪੁੱਛਣ ਲੱਗੇ ਪਏ, ਭਾਈ ਸਾਹਿਬ ਇਹ ਜੇਬ ਵਿੱਚ ਕੀ ਹੈ? ਕਹਿਣ ਲੱਗਾ, ਮਹਾਰਾਜ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਗੁਟਕਾ। ਜਿਹੜੀ ਜੇਬ ਦਿਲ ਦੇ ਉੱਪਰ ਹੁੰਦੀ ਹੈ ਕਮੀਜ਼ 'ਤੇ, ਕਈ ਵਾਰੀ ਬਖੀਆਂ ਵਿੱਚ ਵੀ ਆਲੇ ਦੁਆਲੇ ਹੁੰਦੀਆਂ। ਮਹਾਰਾਜ ਇੱਕਦਮ ਉੱਠ ਕੇ ਖਲੋ ਗਏ। ਕਹਿੰਦੇ ਅਸੀਂ ਮੰਜੀ 'ਤੇ ਬੈਠੇ ਹਾਂ ਤੇ ਮਹਾਰਾਜ ਦੀ ਬਾਣੀ ਤੇ ਤੁਸੀਂ ਭੁੰਨੇ ਬੈਠੇ ਹਾਂ। ਤੇ ਇੱਥੇ ਆ ਕੇ ਸੱਜੇ ਪਾਸੇ ਮੇਰੇ ਨਾਲ ਬੈਠੋ। ਦੇਖੋ ਬਾਣੀ ਦਾ ਅਦਬ, ਬਾਣੀ ਦਾ ਸਤਿਕਾਰ। ਕਹਿਣ ਲੱਗੇ, ਮਹਾਰਾਜ ਆਪ ਜੀ ਬਰਾਬਰ ਕਿਵੇਂ ਬਹਿ ਸਕਦੇ ਹਾਂ? ਆਪ ਜੀ ਦੇ ਦਾਸ ਹਾਂ, ਸਾਡਾ ਸਥਾਨ ਤੁਹਾਡੇ ਚਰਨਾਂ 'ਚ ਹੀ। ਫਿਰ ਆਪ ਜੀ ਬਾਣੀ ਦਾ ਹੀ ਅਦਬ ਕਰਨਾ ਪਿਆ। ਗੁਟਕਾ ਸਾਹਿਬ ਆਪ ਜੀ ਲੈ ਲਓ। ਮਹਾਰਾਜ ਨੂੰ ਗੁਟਕਾ ਸਾਹਿਬ ਫੜਾ ਦਿੱਤਾ ਗਿਆ। ਕਹਿੰਦੇ ਨਹੀਂ, ਇੱਥੇ ਆ ਕੇ ਬੈਠ। ਮਹਾਰਾਜ ਕਹਿਣ ਲੱਗੇ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਬ੍ਰਹਮ ਗਿਆਨੀ ਦੀ ਜੋ ਅਸ਼ਟਪਦੀ ਹੈ ਉਹਦਾ ਪਾਠ ਕਰੋ। ਉਹਨਾਂ ਨੇ ਫਿਰ ਪਾਠ ਕੀਤਾ ਤੇ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਬ੍ਰਹਮ ਗਿਆਨੀ ਦੀ ਸਾਰੀ ਅਸ਼ਟਪਦੀ ਦੇ ਅਰਥ ਸੰਗਤ ਨੂੰ ਸਰਵਣ ਕਰਾਏ। ਗੱਜ ਕੇ ਬੋਲੋ ਸ੍ਰੀ ਵਾਹਿਗੁਰੂ। ਬਚਨ ਮੈਨੂੰ ਯਾਦ ਆਇਆ ਕਿਉਂਕਿ ਡਮੇਲੀ ਨਗਰ ਦੇ ਨਾਲ ਮਹਾਂਪੁਰਖਾਂ ਦਾ ਬਹੁਤ ਪਿਆਰ ਸੀ। ਸੰਗਤ ਵੀ ਸਾਰੀ ਪਿਆਰ ਕਰਦੀ ਸੀ, ਡੇਰੇ ਦੇ ਸੇਵਾਦਾਰ ਵੀ ਸਾਰੇ। ਬਾਬਾ ਹਰਵੰਸ ਸਿੰਘ ਜੀ, ਬਾਬਾ ਸਰਵਣ ਸਿੰਘ ਜੀ ਪਹਿਲੇ ਮਹਾਂਪੁਰਖ। ਸੰਤ ਜੋਗਿੰਦਰ ਸਿੰਘ ਉਸ ਵੇਲੇ ਮਹਾਂਪੁਰਖਾਂ ਦੇ ਵਿਦਿਆਰਥੀ ਸੀ, ਸੇਵਾ ਵੀ ਕਰਦੇ ਸੀ, ਨਾਲ ਵਿਦਿਆਰਥੀਆਂ ਤੋਂ ਸੇਵਾ ਵੀ ਪੂਰੀ ਲੈਂਦੇ ਸੀ। ਨਿਰਾ ਵਿਦਿਆ ਨਹੀਂ,
ਸੇਵਾ ਨਿਤਨੇਮ ਵੀ। ਅਤੇ ਗੁਰਦੁਆਰਾ ਸਾਹਿਬ ਸ਼ਬਦ ਚੌਂਕੀ ਦੀ ਸੇਵਾ ਵੀ, ਲੰਗਰ ਦੀ ਸੇਵਾ ਵੀ। ਸੋ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਸੁਖਮਨੀ ਸਾਹਿਬ ਜੀ ਦੀ ਬ੍ਰਹਮ ਗਿਆਨੀ ਦੀ ਜੋ ਅਸ਼ਟਪਦੀ ਹੈ, ਆਪ ਵਿਆਖਿਆ ਸਰਵਣ ਕਰਾਈ। ਅਤੇ ਸਰਵਣ ਕਰਨ ਦਾ ਸ਼ੁਭ ਸਮਾਂ ਮਿਲਿਆ, ਕਿਉਂਕਿ ਇਸ ਸਲੋਕ ਦੀ ਵਿਆਖਿਆ ਅਸ਼ਟਪਦੀ 'ਚ ਹੈ ਨਾ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕ ਸਵੈਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਿਉਂ ਪਹਿਲਾਂ ਸਲੋਕ ਹੈ ਨਾ 24 ਅਸ਼ਟਪਦੀਆਂ, ਔਰ 8 ਪੌੜੀਆਂ, 10 ਪੰਗਤੀਆਂ। ਸਲੋਕ ਵਿੱਚ ਸਾਰੀ ਵਿਆਖਿਆ ਅਸ਼ਟਪਦੀ ਜਿਹੜੀ ਉਹ ਸਾਰਾ ਅਰਥ ਸਲੋਕ ਦਾ ਕੀਤਾ। ਅੰਤ ਵਿੱਚ ਸੁਖਮਨੀ ਸਾਹਿਬ ਦਾ ਮਹਾਤਮ ਵੀ ਦੱਸਿਆ, ਆਪ ਸਾਰੇ ਪੜ੍ਹਦੇ ਹਾਂ, ਗੁਰੂ ਘਰ 'ਚ ਵੀ ਨਿਤਨੇਮ 'ਚ ਵੀ। ਬਚਨ ਯਾਦ ਆਇਆ ਕਿ ਦੇਖੋ ਐਡੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਲੋਕ ਕਿੰਨਾ ਪੂਜਦੇ, ਸਤਿਕਾਰ ਪਿਆਰ ਕਰਦੇ ਸੀ, ਉਹਨਾਂ ਦੇ ਮਨਾਂ ਵਿੱਚ ਬਾਣੀ ਦਾ ਕਿੰਨਾ ਅਦਬ, ਕਿੰਨਾ ਸਤਿਕਾਰ ਹੈ। ਫਿਰ ਗੁਰੂ ਹਰਿਰਾਏ ਸਾਹਿਬ ਦੇ ਵੱਲੋਂ ਸੰਗਤ ਆਈ ਸੀ, ਪਲੰਘ 'ਤੇ ਬਿਰਾਜੇ ਸੀ, ਸੰਗਤ ਸ਼ਬਦ ਕੀਰਤਨ ਕਰਦੀ ਆਉਂਦੀ ਸੀ। ਬਾਣੀ ਦੇ ਸਤਿਕਾਰ ਲਈ ਇੱਕਦਮ ਉੱਠੇ, ਗੋਡੇ 'ਤੇ ਚੋਟ ਲੱਗ ਗਈ। ਸੰਗਤ ਕਹਿੰਦੀ ਮਹਾਰਾਜ ਵੀ ਆਪ ਹੜਬੜਾ ਕੇ ਇੰਨੀ ਛੇਤੀ ਉੱਠੇ। ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦੀ ਬਾਣੀ ਸੰਗਤ ਗਾਉਂਦੀ ਆ ਰਹੀ ਸੀ ਅੱਧ ਵੇਲੇ। ਕਹਿੰਦੇ ਮਹਾਰਾਜ ਤੁਸੀਂ ਤਾਂ ਆਪ ਸਰੂਪ ਹੈ ਬਾਣੀ ਦੇ। ਕਹਿੰਦੇ ਨਾ ਭਾਈ, ਇਹ ਦਰਗਾਹੀ ਅਕਾਲ ਪੁਰਖ ਦੀ ਬਾਣੀ ਹੈ। ਜਿਨ ਪੈ ਬਾਣੀ ਅਦਬ ਨਾ ਧਾਰਾ, ਸੋ ਸਿੱਖ ਜਾਨੋ ਨਹੀਂ ਹਮਾਰਾ। ਗੁਰੂ ਸਾਹਿਬ ਆਪ ਕਰਦੇ ਰਹੇ, ਮਹਾਂਪੁਰਖ ਕਰਦੇ ਰਹੇ। ਸਾਡਾ ਸਾਰਿਆਂ ਦਾ ਹੀ ਫਰਜ਼ ਹੈ। ਵੈਸੇ ਤਾਂ ਮਾਤਾ ਪਿਤਾ ਆ, ਆਪੂ ਤੋਂ ਵੱਡੇ ਆ, ਵਿਦਵਾਨ ਆ, ਸਭ ਦਾ ਹੀ ਸਤਿਕਾਰ ਕਰਨਾ ਚਾਹੀਦਾ। ਬੱਚੇ ਆ, ਉਹਨਾਂ ਨਾਲ ਵੀ ਪਿਆਰ ਕਰਾਂਗੇ, ਗੁਰੂ ਘਰ ਨਾਲ ਜੁੜਨਗੇ। ਅਤੇ ਗੁਰੂ ਸਾਹਿਬ ਦਾ ਤਾਂ ਫਿਰ ਜਿੰਨਾ ਵੀ ਹੋ ਜਾਏ, ਗੁਰਦੁਆਰਾ ਸਾਹਿਬ ਆ, ਗੁਰੂ ਕਾ ਨਿਸ਼ਾਨ ਧਾਮ ਆ, ਗੁਰੂ ਦੇ ਸ਼ਸਤਰ ਵਸਤਰ ਆ। ਅਤੇ ਗੁਰੂ ਮਹਾਰਾਜ 'ਤੇ ਇਹ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ। ਇਹ ਅਕਾਲ ਪੁਰਖ ਦਾ ਹੀ ਸਰੂਪ ਹੈ। ਸੰਤ ਸਰਦਾਰਾ ਸਿੰਘ ਜੀ ਬੁੱਟਰ ਬਦਨੀ ਸੁਣਿਆ ਹੋਣਾ, ਮੱਲ ਵਿੱਚ ਰਣੀਆਂ ਪਿੰਡ ਹੈ, ਉੱਥੇ ਉਹਨਾਂ ਦੇ ਦਰਸ਼ਨ ਲਈ ਗਏ। ਬੜੇ ਕਮਾਈ ਵਾਲੇ ਮਹਾਂਪੁਰਖ ਸੀ। ਇੱਕ ਪ੍ਰੇਮੀ ਆਇਆ, ਕਹਿੰਦੇ ਮਹਾਰਾਜ ਭਾਈ ਜਦੋਂ ਮੈਂ ਪੈਨਾ ਆਇਆ ਹੁੰਦਾ ਜਿਵੇਂ ਮੇਰੇ ਸਰੀਰ ਵਿੱਚ ਕਿੱਲ ਚੁੱਭਦੇ, ਸੂਲਾਂ ਚੁੱਭਦੀਆਂ। ਸੰਤ ਜਾਣ ਸੀ। ਕਹਿਣ ਲੱਗੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਅਤੇ ਹੱਦ ਰੱਖਣ ਵਾਸਤੇ ਪੱਗ ਦਾ ਜਿਹੜਾ ਪਿੰਨ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਦਿੱਤਾ। ਅਤੇ ਜਦੋਂ ਮਹਾਰਾਜ ਦੇ ਸਰੀਰ ਵਿੱਚ ਤੂੰ ਕਿੱਲ ਦਿੱਤਾ ਅਤੇ ਤੇਰੇ ਕਿੱਲ ਚੁੱਭਣੇ ਹੀ ਆ। ਅਤੇ ਸੰਤਾਂ ਨੇ ਉੱਥੇ ਪੰਨਾ ਵੀ ਦੱਸਤਾ, ਮਹਾਰਾਜ ਦਾ ਅੰਗ ਵੀ ਪਹਿਨੇ ਅੰਗ 'ਤੇ ਉਹ ਕਿਤੇ ਰੱਖਤਾ, ਮੁੜ ਕੇ ਚੇਤਾ ਭੁੱਲ ਗਿਆ। ਜੇਲੇ ਜਾ ਕੇ ਕੱਢਿਆ, ਕਹਿੰਦੇ ਮਹਾਰਾਜ ਮਾਫ਼ ਕਰ ਦਿਓ। ਦੇਖੋ ਸੰਤ ਮਹਾਂਪੁਰਖਾਂ ਦੀ ਸੋਚ। ਕਹਿੰਦੇ ਭਾਈ ਇਹ ਗੁਰੂ ਗ੍ਰੰਥ ਜਾਂ ਪੰਥ ਦੀ ਗਲਤੀ ਹੋਵੇ ਨਾ, ਉਹ 5 ਪਿਆਰੇ ਬਖਸ਼ ਸਕਦੇ, ਮੈਂ ਇਕੱਲਾ ਨਹੀਂ ਬਖਸ਼ ਸਕਦਾ। ਇਹ ਗੁਰੂ ਗ੍ਰੰਥ ਸਾਹਿਬ ਬੇਅਦਬੀ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਜਾਓ, ਉੱਥੇ ਪੰਜਾਂ ਪਿਆਰਿਆਂ ਨੂੰ ਬੇਨਤੀ ਕਰੋ, ਉਹ ਬਖਸ਼ਣਗੇ। ਜੋ ਤਨਖਾਹ ਲਾਉਣਗੇ ਉਹ ਫਿਰ ਕਰ ਲਿਓ ਸੇਵਾ। ਦੇਖੋ ਮਹਾਂਪੁਰਖਾਂ ਦੀ ਸੋਚ। ਇਸ ਕਰਕੇ ਸਮੁੱਚੇ ਸਿੱਖ ਜਗਤ ਕੀ ਸਾਰੀ ਮਨੁੱਖਤਾ ਲਈ, ਸੰਗਤਾਂ ਵਾਸਤੇ ਇਹ ਬਚਨ ਤਾਂ ਸਾਂਝੇ ਕੀਤੇ ਆ, ਮਹਾਂਪੁਰਖਾਂ ਦੇ ਬਚਨ ਦੱਸੇ ਆ, ਜਿਹੜੇ ਕੰਨਾਂ ਨਾਲ ਸੁਣੇ ਆ, ਦੇਖੇ ਆ, ਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਇੱਕ ਓਂਕਾਰ ਤੋਂ ਲੈ ਕੇ 18 ਦਸਵੀਸ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਹੈ। ਇਹਦਾ ਆਦਬ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਗੁਟਕਾ ਸਾਹਿਬ ਹੈ, ਪੋਥੀ ਸਾਹਿਬ ਹੈ, ਬਾਣੀ ਸਾਰੀ ਮਹਾਰਾਜ ਦਾ ਰੂਪ ਹੈ। ਜਿੰਨਾ ਸਤਿਕਾਰ ਕਰੋਗੇ ਉਨੀ ਬਖਸ਼ਿਸ਼ ਵੀ ਮਿਲੇਗੀ। ਸੋ ਇਸ ਵਾਸਤੇ ਆਓ, ਜੋ ਮਹਾਰਾਜ ਨੇ ਸ਼ਬਦ ਬਖਸ਼ਿਆ ਉਹਦੀ ਵਿਚਾਰਧਾਰਾ ਸੁਣੀਏ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਦੀ ਬਾਣੀ ਹੈ। ਪੰਜਵੇਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਬਖਸ਼ਿਸ਼ ਹੋਏ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਦਮ ਕਰਤ ਆਨੰਦ ਪਾਇਆ, ਸਿਮਰਤ ਸੁਖ ਸਾਰ। ਕਿਉਂਕਿ ਉਦਮ ਬਿਨਾਂ ਤਾਂ ਕੋਈ ਗੱਲ ਬਣਦੀ ਨਹੀਂ ਨਾ। ਹੁਣ ਅੰਮ੍ਰਿਤ ਵੇਲੇ ਵੀ ਉਦਮ ਕਰਾਂਗੇ, ਕਰਮ ਕਿਰਿਆ ਕਰਕੇ ਇਸ਼ਨਾਨ ਕਰਾਂਗੇ, ਇਸ਼ਨਾਨ ਲਈ ਵੀ ਉਦਮ ਕਰਨਾ ਪੈਂਦਾ। ਫਿਰ ਚੌਂਕੜਾ ਲਾ ਕੇ ਬਾਣੀ ਪੜ੍ਹਨੀ, ਸਿਮਰਨ ਕਰਨਾ, ਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਨਮਸਕਾਰ ਕਰਨੀ, ਸੇਵਾ ਕਰਨੀ। ਦੁਨਿਆਵੀ ਕਾਰੋਬਾਰ ਵੀ ਕੋਈ ਲੈ ਲਓ, ਮਾਇਆ ਪਦਾਰਥਾਂ ਵਾਸਤੇ ਵੀ ਉਦਮ ਤਾਂ ਹਰ ਥਾਂ ਹੀ ਹੈਗਾ। ਵਿਦਿਆਰਥੀ ਵੀ ਆਲਸੀ ਕਰਨਗੇ, ਕਿਵੇਂ ਬੜਬੜੀਆਂ ਡਿਗਰੀਆਂ ਲੈਣਗੇ, ਉਦਮ ਤਾਂ ਕਰਨਾ ਹੀ ਪਏਗਾ। ਦਲਿੱਦਰੀ ਬੰਦਾ ਤਾਂ ਕੁਝ ਵੀ ਪ੍ਰਾਪਤ ਨਹੀਂ ਨਾ ਕਰ ਸਕਦਾ। ਉਹ ਦਲਿੱਦਰੀਆਂ ਦੀ ਕਹਾਣੀ ਹੈ। ਲੇਜ਼ੀ ਮੈਨ ਜਿਹੜੇ, ਉਹ ਜਾਮਣ ਦੇ ਦਰਖਤ ਥੱਲੇ ਮੂੰਹ ਅੱਡ ਕੇ ਪਏ ਸੀ, ਫਿਰ ਜਾਮਣ ਸਾਡੇ ਮੂੰਹ ਵਿੱਚ ਪੈ ਜਾਏ ਡਿੱਗ ਕੇ। ਉਹ ਪੁਲਿਸ ਵਾਲਾ ਆ ਗਿਆ, ਕਹਿੰਦੇ ਤੁਸੀਂ ਪਏ ਹੋਏ। ਇੱਕ ਕਹਿੰਦਾ ਦੇਖੋ ਜੀ, ਇਹ ਕਿੱਡਾ ਦਲਿੱਦਰੀ ਹੈ, ਮੇਰੇ ਮੂੰਹ 'ਚ ਜਾਮਣ ਨਹੀਂ ਪਾਉਂਦਾ। ਉਹ ਫੜ ਕੇ ਚੰਗਾ ਫਾਂਟਾ ਚਾੜਿਆ। ਫਿਰ ਸਾਈਂ ਲੋਕੋ ਤੁਸੀਂ ਡੂਡੇ ਪਿੰਗਲੇ ਤਾਂ ਹੈ ਨਹੀਂ। ਰੱਬ ਨੇ ਬੜੇ ਸੋਹਣੇ ਹੱਥ ਪੈਰ ਦਿੱਤੇ, ਉੱਤੇ ਚੜ੍ਹ ਕੇ ਆਪ ਵੀ ਖਾਓ, ਸੰਗਤ ਨੂੰ ਵੀ ਛਕਾਓ। ਇਹੋ ਜਿਹੇ ਦਲਿੱਦਰੀ ਬੰਦੇ ਜਿਹੜੇ, ਇਸ ਵਾਸਤੇ ਹਰ ਪਾਸੇ ਉਦਮ ਦੀ ਲੋੜ ਹੈ। ਮਹਾਰਾਜ ਕਹਿੰਦੇ ਉਦਮ ਕਰਤ ਆਨੰਦ ਪਾਇਆ। ਜਿਹੜਾ ਬੰਦਾ ਉਦਮ ਕਰਦਾ, ਇਸ਼ਨਾਨ ਪਾਣੀ ਕਰਕੇ ਨਾਮ ਬਾਣੀ ਸ਼ਬਦ ਦਾ ਅਭਿਆਸ ਕਰਦਾ, ਉਹਦੇ ਮਨ ਵਿੱਚ ਆਨੰਦ ਦੀ, ਸੁੱਖ ਦੀ, ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿਮਰਤ ਸੁਖ ਸਾਰ। ਸਿਮਰਨ ਕਰਨ ਸਾਰ ਸੁਖ, ਜਿਹੜਾ ਸ੍ਰੇਸ਼ਟ ਸੁਖ ਹੈ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਜਪ ਜਪ ਨਾਮ ਗੋਬਿੰਦ ਕਾ। ਉਹ ਜਿਹੜੇ ਗੁਰਮੁਖ ਪਿਆਰੇ ਹੈ, ਮਨ ਕਰਕੇ, ਬਾਣੀ ਕਰਕੇ, ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਉਹਦੇ ਨਾਮ ਦਾ ਸਿਮਰਨ ਕਰਕੇ ਪੂਰਨ ਵਿਚਾਰ। ਉਹਨਾਂ ਨੂੰ ਪੂਰਨ ਵਿਚਾਰ। ਆਮ ਵਿਚਾਰਾਂ ਤਾਂ ਅਧੂਰੀਆਂ ਹੀ ਹਨ। ਜਿਹੜੀ ਆਤਮਾ ਪਦ ਦੀ ਪ੍ਰਾਪਤੀ ਦੀ ਵਿਚਾਰ ਹੈ, ਜੀ ਬ੍ਰਹਮ ਦੀ ਏਕਤਾ ਦੀ, ਪਰਮਾਤਮਾ ਦੇ ਮਿਲਾਪ ਦੀ, ਇਹ ਜਿਹੜੀ ਵਿਚਾਰ ਹੈ, ਇਹ ਵੀ ਪ੍ਰਾਪਤ ਹੋ ਜਾਂਦੀ। ਇੱਕ ਤਾਂ ਵਿਚਾਰ ਹੈ ਨਾ,
ਚੋਰਾਂ ਦੀ ਵੀ ਚੋਰੀ ਕਿਵੇਂ ਕਰਨੀ ਹੈ, ਠੱਗੀ ਕਿਵੇਂ ਕਰਨੀ ਹੈ। ਇੱਕ ਵਿਚਾਰ ਹੈ ਮਾਇਆ ਕਿਵੇਂ ਕਮਾਉਣੀ ਹੈ। ਇਹ ਵੀ ਵਿਚਾਰ ਹੈ ਵਿਦਿਆ ਪੜ੍ਹ ਕੇ ਵਿਦਿਆ ਵਿਚਾਰਿਤਾ ਪਰਉਪਕਾਰ ਕਿਵੇਂ ਕਰਨਾ। ਇਹ ਵੀ ਵਿਚਾਰਿਆ ਕਿ ਆਤਮਾ ਗਿਆਨ ਦੀ ਪ੍ਰਾਪਤੀ ਮੋਕਸ਼ ਕਿਵੇਂ ਪ੍ਰਾਪਤ ਕਰਨੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਲੇ ਬਾਰ-ਬਾਰ ਨਾਮ ਸਿਮਰਨ ਦਾ ਅਭਿਆਸ ਕਰੋਗੇ ਹਿਰਦਾ ਸ਼ੁੱਧ ਹੋ ਜਾਏਗਾ। ਪੂਰਨ ਜੋ ਪਰਮੇਸ਼ਰ ਹੈ ਉਹਦੇ ਮਿਲਾਪ ਦੀ ਜਿਹੜੀ ਸੱਤ ਅਤੇ ਅਸੱਤ ਦੇ ਨਿਰਣਾ ਕਰਨ ਵਾਲੀ ਵਿਚਾਰ, ਅਸੱਤ ਨੂੰ ਛੱਡਣਾ, ਸੱਤ ਸਰੂਪੀ ਆਤਮਾ ਪਰਮਾਤਮਾ ਨੂੰ ਪ੍ਰਾਪਤ ਕਰਨਾ, ਇਹ ਵਿਚਾਰ ਵੀ ਪ੍ਰਾਪਤ ਹੋ ਜਾਂਦੀ ਹੈ। ਚਰਨ ਕਮਲ ਗੁਰ ਕੇ ਜਪਤ। ਗੁਰੂ ਮਹਾਰਾਜ ਦੇ ਪਾਵਨ ਚਰਨ ਕਮਲਾਂ 'ਚ ਆ ਕੇ ਉਹਨਾਂ ਤੋਂ ਸੋਝੀ ਲੈ ਕੇ ਜਿਹੜਾ ਨਾਮ ਸਿਮਰਨ ਦਾ ਅਭਿਆਸ ਕਰਨਾ ਹੈ। ਹਰ ਜਪ ਹਉ ਜੀਵਾ। ਫਿਰ ਇੰਨੀ ਸ਼ਰਧਾ ਇੰਨਾ ਪਿਆਰ ਪੈਦਾ ਹੋ ਜਾਂਦਾ। ਹਰੀ ਪਰਮੇਸ਼ਰ ਦਾ ਨਾਮ ਜਪ ਕੇ ਉਹ ਕਹਿੰਦੇ ਅਸੀਂ ਜਿੰਦੇ ਹਾਂ। ਸਾਡੇ ਜੀਵਨ ਦਾ ਆਧਾਰ ਪਰਮੇਸ਼ਰ ਦਾ ਨਾਮ ਹੈ। ਅਤੇ ਜਦੋਂ ਮਹਾਰਾਜ ਗਏ ਸੀ ਨਾ ਰਾਏਪੁਰ ਦੀ ਤਲਵੰਡੀ, ਅਤੇ ਮਾਤਾ ਜੀ ਕਹਿਣ ਲੱਗੇ ਕਿ ਕੋਈ ਬਚਨ ਸੁਣਾਓ, ਬਚਨ ਬੋਲੋ। ਕਹਿੰਦੇ ਮਾਤਾ ਜੀ ਮੈਂ ਵਿਹਲਾ ਨਹੀਂ। ਕਹਿੰਦੇ ਸਾਨੂੰ ਤਾਂ ਕੁਝ ਕੰਮ ਕਰਦੇ ਨਜ਼ਰ ਨਹੀਂ ਆਉਂਦੇ। ਮਹਾਰਾਜ ਕਹਿੰਦੇ ਆਖਾਂ ਜੀਓ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨੂੰ। ਅਸੀਂ ਹਰ ਵੇਲੇ ਉਸ ਪਰਮਾਤਮਾ ਦਾ ਜਿਹੜਾ ਨਾਮ ਉਹ ਜਪਦੇ ਹਾਂ, ਕਿਉਂਕਿ ਗੁਰਸਿੱਖ ਨੂੰ ਕਦੀ ਵੀ ਮਹਾਰਾਜ ਨੇ ਵਿਹਲਾ ਨਹੀਂ ਰਹਿਣ ਦਿੱਤਾ। ਜਾਂਦਾ ਧਰਮ ਦੀ ਕਿਰਤ ਕਰਨੀ ਉਦੋਂ ਵੀ ਨਾਮ ਜਪਣਾ, ਜਦੋਂ ਵਿਹਲਾ ਆ ਉਦੋਂ ਵੀ ਉੱਠਦੇ ਬਹਿੰਦੇ ਸੌਂਦੇ ਜਾਗਦੇ ਹਰ ਵੇਲੇ ਸ਼ਬਦ ਨੇ ਸੁਰਤੀ ਜਿਹੜੀ ਹੈ ਜੋੜ ਕੇ ਰੱਖਣੀ ਹੈ। ਇਸ ਕਰਕੇ ਫਿਰ ਪੜ੍ਹੋਗੇ ਨਹੀਂ ਜੀ। ਚਰਨ ਕਮਲ ਗੁਰ ਕੇ ਜਪਤ। ਗੁਰੂ ਮਹਾਰਾਜ ਦੇ ਚਰਨਾਂ ਨਾਲ ਪਿਆਰ ਪਾ ਕੇ ਗੁਰੂ ਮਹਾਰਾਜ ਦਿੱਤਾ ਹੋਇਆ ਜੋ ਉਪਦੇਸ਼ ਆ ਉਹਨੂੰ ਜਪ ਕਰਕੇ ਹਰ ਜਪ ਹਉ ਜੀਵਾ। ਔਰ ਇੰਨਾ ਪਿਆਰ ਸਿਮਰਨਾ ਪੈਦਾ ਹੋ ਜਾਏ ਕਿ ਹਰੀ ਦਾ ਨਾਮ ਜਪ ਕੇ ਅਸੀਂ ਜਿੰਦੇ ਹਾਂ। ਠੀਕ। ਕਿਉਂਕਿ ਕਹਿੰਦੇ ਉਹਨੂੰ ਜੀ ਬਦੜੋ ਜੀਂਦਾ ਹੀ ਮਰਿਆ ਕਿਹਾ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ ਸਿਮਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਉਹਦੇ ਚਰਨਾਂ ਨਾਲ ਪ੍ਰੀਤੀ ਨਹੀਂ, ਸਿਮਰਨਾ ਸੁਰਤੀ ਨਹੀਂ ਜੋੜੀ। ਬਾਬਾ ਫਰੀਦ ਸਾਹਿਬ ਕਹਿੰਦੇ ਨਾ ਅੱਜ ਫਰੀਦਾ ਅਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਮੇਰਾ ਹਿਰਦਾ ਦੋਹਰਾ ਹੋ ਜਾਂਦਾ। ਜਿਵੇਂ ਪਰਮਾਤਮਾ ਨਾਲ ਸੌਣਾ ਕੀ ਅਭੇਦ ਅਵਸਥਾ ਨਾਮ ਦੀ ਕਮਾਈ ਕਰਕੇ ਨਹੀਂ ਪ੍ਰਾਪਤ ਕੀਤੀ, ਸਮਾਧੀ ਦਾ ਆਨੰਦ ਨਹੀਂ ਲਿਆ। ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਆਹ। ਜਿਨ੍ਹਾਂ ਦਾ ਜੀਵਨ ਛੁੱਟੜ ਵਾਂਗੂ ਮਨਮੁਖ ਸਾਖਤ ਲੋਕ ਆ ਉਹਨਾਂ ਨੂੰ ਪੁੱਛੋ ਸਿਮਰਨ ਤੋਂ ਬਿਨਾਂ ਪਰਮਾਤਮਾ ਨਾਲ ਟੁੱਟ ਕੇ ਉਹਨਾਂ ਦੀ ਉਮਰ ਰੂਪੀ ਰਾਤ ਕਿਵੇਂ ਬੀਤ ਰਹੀ। ਅਤੇ ਜਿਨ੍ਹਾਂ ਨੂੰ ਇਹ ਅਵਸਥਾ ਦਾ ਆਨੰਦ ਆਇਆ ਉਹ ਇਹ ਬਚਨ ਲਿਖ ਕੇ ਗਏ। ਇਸ ਕਰਕੇ ਹਰੀ ਦਾ ਨਾਮ ਜਪ ਕੇ ਅਸੀਂ ਜਿੰਦੇ ਹਾਂ। ਸਾਨੂੰ ਜੀਵਨ ਪਦਵੀ ਦਾ ਵਧੇ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਪਾਰ ਬ੍ਰਹਮ ਆਰਾਧਤੇ। ਉਹ ਗੁਰਮੁਖ ਪਿਆਰੇ ਹਮੇਸ਼ਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦੇ। ਗਿਆਨੀ ਜੋਤ ਸਿੰਘ ਜੀ ਨੇ ਸੰਤ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਆਪਣੇ ਕੋਈ ਬਾਣੀ ਦੇ ਨਿਤਨੇਮ ਬਾਰੇ ਕਿਰਪਾ ਕਰ ਦਿਓ। ਕਿੰਨਾ ਕਰਦੇ ਹੁੰਦੇ ਸੀ। ਮਹਾਰਾਜ ਕਹਿਣ ਲੱਗੇ ਗਿਆਨੀ ਜੀ ਇਹ ਗੁਪਤ ਗੱਲਾਂ ਬਹੁਤੀਆਂ ਨਹੀਂ ਪੁੱਛੀ ਦੀਆਂ, ਅੰਤ ਨਹੀਂ ਲਈਦਾ ਹੁੰਦਾ। ਕਹਿੰਦੇ ਨਹੀਂ ਮਹਾਰਾਜ ਫਿਰ ਸੁਣਨ ਵਾਲਿਆਂ ਨੂੰ ਉਤਸ਼ਾਹ ਵੀ ਹੋ ਜਾਂਦਾ, ਪਿਆਰ ਵੀ ਵੱਧਦਾ।
ਕਹਿਣ ਲੱਗੇ ਸੁਣ ਲੈ, 1926 ਤੋਂ ਲੈ ਕੇ 1934 ਤੱਕ 15 ਸੁਖਮਨੀ ਸਾਹਿਬ, 25 ਜਪਜੀ ਸਾਹਿਬ ਤੇ 5 ਬਾਣੀਆਂ ਦੇ 5 ਨਿਤਨੇਮ ਰੋਜ਼ ਕਰਦੇ ਸੀ। ਇਸ਼ਨਾਨ ਕਰਦਿਆਂ ਕਰਦਿਆਂ 5 ਸ੍ਰੀ ਜਪਜੀ ਸਾਹਿਬ ਪੜ੍ਹ ਲਈਦਾ ਸੀ। ਕਹਿੰਦੇ ਮਹਾਰਾਜ ਫਿਰ ਇਹ ਬਾਣੀ ਦਾ ਨਿਤਨੇਮ ਤਾਂ ਆਪ ਜੀ ਦਾ ਬੜਾ ਡਾਢਾ ਸੀ, ਤੇ ਬਰਾਜਦੇ ਕਦੋਂ ਸੀ? ਕਹਿੰਦੇ ਇੰਨੇ ਸਮੇਂ ਧਰਤੀ ਨਾਲ ਪਿੱਠ ਨਹੀਂ ਲਾਈ, ਘੁੰਮਦਿਆਂ ਫਿਰਦਿਆਂ ਕਿਤੇ ਨੀਂਦ ਨੇ ਮਾੜਾ ਝੂਟਾ ਦਿੱਤਾ ਤੇ ਉਹ ਪੂਰਾ ਕਰ ਲਿਆ। ਹੁਣ ਦੇਖ ਲੈਂਦੇ ਪਹਿਲਾਂ ਵੀ ਮਹਾਂਪੁਰਖਾਂ ਨੇ ਚੋਲਾ ਪਾਇਆ, ਲੋਕ ਸਤਿਕਾਰ ਕਰਦੇ ਆ, ਕਈਆਂ ਨੂੰ ਈਰਸ਼ਾ ਬੜੀ ਹੁੰਦੀ, ਪਰ ਇਹ ਨਹੀਂ ਵਿਚਾਰਦੇ ਕਿ ਉਹਨਾਂ ਲੋਕਾਂ ਨੇ ਕਿਸ ਤਰ੍ਹਾਂ ਘਾਲਣਾ ਘਾਲੀਆਂ ਹੁੰਦੀਆਂ, ਫਿਰ ਜਾ ਕੇ ਨਿਰੰਕਾਰ ਦੀ ਬਖਸ਼ਿਸ਼ ਪ੍ਰਾਪਤ ਹੁੰਦੀ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਕਤ ਉਜਲੇ ਕੀਤੀ ਛੁਟੀ। ਇੰਨੀ ਘਾਲ ਘਾਲ ਕੇ ਵੀ ਹਉਮੈ ਨਹੀਂ ਕਰਦੇ। ਕਈ ਵਾਰੀ ਐਸਾ ਕਈਆਂ ਨੂੰ ਹੋ ਜਾਂਦਾ। ਇੱਕ ਬਹੁਤ ਵੱਡਾ ਤਪਸਵੀ ਸੀ, ਨਾਰਦ ਜੀ ਆਏ, ਕਹਿੰਦੇ ਮਹਾਰਾਜ ਵੀ ਮੈਂ ਇੰਨੀ ਤਪੱਸਿਆ ਕੀਤੀ ਹੈ ਤੇ ਭਗਵਾਨ ਨੇ ਮੇਰੇ ਰਹਿਣ ਬਹਿਣ ਲਈ ਕਿਹੋ ਜਿਹਾ ਮੰਦਰ ਮਕਾਨ ਬਣਾਇਆ, ਤਿਆਰ ਕੀਤਾ ਸੱਚਖੰਡ 'ਚ। ਨਾਰਦ ਜੀ ਕਹਿੰਦੇ ਤੇਰੇ ਲਈ ਬੜਾ ਸੋਨੇ ਹੀਰਿਆਂ ਨਾਲ ਜੜਿਆ ਹੋਇਆ ਮੰਦਰ ਤਿਆਰ ਆ, ਜਿੱਥੇ ਤੈਂ ਰਹਿਣਾ। ਹਉਮੈ ਆ ਗਈ, ਕਹਿੰਦੇ ਕਿਤੇ ਮੁਫਤ ਦੇ ਰਿਹਾ ਮੈਨੂੰ ਭਗਵਾਨ, ਮੈਂ ਤਾਂ ਇੰਨੀ ਘਾਲ ਘਾਲੀ ਸੀ। ਹਉਮੈ ਆ ਗਈ, ਨਾਰਦ ਜੀ ਚਲੇ ਗਏ। ਅੱਗੇ ਚਲੇ ਗਿਆ ਨਾ ਪਾਣੀ ਪੀਣ, ਉਹ ਖੂਹ ਸੁੱਕਾ ਆ, ਗਾਂ ਗਿਆ ਉਹ ਵੀ ਸੁੱਕਾ। ਅੱਗੇ ਇੱਕ ਬੁੱਢਾ ਬੈਠਾ ਘੜਾ ਪਾਣੀ ਦਾ ਲੈ ਕੇ, ਕਹਿੰਦੇ ਮੈਂ ਪਾਣੀ ਬਿਨਾਂ ਮਰ ਰਿਹਾ, ਪਾਣੀ ਦਾ ਪਿਆਲਾ। ਉਹ ਕਹਿੰਦੇ ਮੁਫਤ ਨਹੀਂ ਮਿਲਦਾ, ਕੋਈ ਫੀਸ ਦੇਣੀ ਪਏਗੀ। ਬੇਟਾ ਕਹਿੰਦੇ ਮੈਂ ਤਾਂ ਫਕੀਰ ਹਾਂ, ਪੈਸੇ ਹੈ ਨਹੀਂ। ਕਹਿੰਦੇ ਆਪਣੀ ਤਪੱਸਿਆ ਦੇ ਦੇ। ਕਹਿੰਦੇ 10,000 ਸਾਲ ਦੀ ਤਪੱਸਿਆ ਤੇਰੀ ਜਿਹੜੀ ਉਹ ਲੈ ਕੇ ਇੱਕ ਪਿਆਲਾ ਪਾਣੀ ਦਾ ਦਊਂ। ਇਸ ਤਰ੍ਹਾਂ ਦਾ ਸਾਰੀ ਤਪੱਸਿਆ, ਕਹਿੰਦੇ ਤੈਂ ਹਉਮੈ ਕਰਕੇ ਸਭ ਕੁਝ ਗਵਾ ਲਿਆ। ਰੱਬ ਦੇ ਸੂਰਜ ਦੀ ਲਾਈਟ ਵਰਤਦਾ, ਰੱਬ ਦਾ ਪਾਣੀ ਵਰਤਦਾ, ਰੱਬ ਦੀ ਹਵਾ ਵਰਤਦਾ, ਰੱਬ ਦਾ ਦਿੱਤਾ ਇਹ ਸਰੀਰ ਵਰਤ ਰਿਹਾ, ਸਵਾਸ ਵਰਤ ਰਿਹਾ, ਤੇ ਤੂੰ ਰੱਬ ਦੀਆਂ ਦਿੱਤੀਆਂ ਚੀਜ਼ਾਂ ਬਰਾਬਰ ਕੀ ਕੀਤਾ? ਤਾਂ ਮਹਾਰਾਜ ਕਹਿੰਦੇ ਨੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਇਆ ਚਿੰਤਾ। ਇਹ ਤਾਂ ਬਖਸ਼ਿਸ਼ ਵਾਲੀ ਗੱਲ ਆ। ਪਰ ਉਹ ਜਿਹੜੇ ਮਹਾਂਪੁਰਖ ਉਹ ਕਮਾਈ ਕਰਕੇ ਜਣਾਉਂਦੇ ਨਹੀਂ, ਤੇ ਜੇ ਹਉਮੈ ਕਰ ਲਈ ਫਿਰ ਇਹੋ ਜਿਹਾ ਵੀ ਹੋ ਜਾਂਦਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸੋਝੀ ਦਿੰਦੇ ਆ, ਕੋਈ ਸੇਵਾ ਕਰਕੇ, ਸਿਮਰਨ ਕਰਕੇ, ਪੁੰਨ ਦਾਨ ਕਰਕੇ ਹੰਕਾਰ ਨਹੀਂ ਕਰਨਾ। ਇਹ ਬਿਰਤੀ ਰੱਖਣੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਇਸ ਵਾਸਤੇ ਮਹਾਰਾਜ ਕਿਰਪਾ ਕਰਦੇ ਹਨ। ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ। ਉਹ ਗੁਰਮੁਖ ਪਿਆਰੇ ਹਉਮੈ ਤੋਂ ਰਹਿਤ ਹੋ ਕੇ, ਨਿਮਰਤਾ ਗਰੀਬੀ ਹਲੀਮੀ ਧਾਰ ਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਹਨ। ਅਤੇ ਮੁਖ ਤੋਂ ਇਹ ਨਾਮ ਰੂਪੀ ਅੰਮ੍ਰਿਤ ਨੂੰ
ਸਦਾ ਪਾਨ ਕਰਦੇ ਹਨ। ਕਿਉਂ? ਬਾਣੀ ਅੰਮ੍ਰਿਤ ਰੂਪ ਆ, ਇਹਦੇ ਦੁਆਰਾ ਅੰਮ੍ਰਿਤ ਤਿਆਰ ਹੁੰਦਾ। ਕਈ ਕਹਿੰਦੇ ਜੀ ਇਸ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਨਾਮ ਹੀ ਅੰਮ੍ਰਿਤ ਹੈ। ਪਰ ਆਪਾਂ ਉਹਨਾਂ ਨੂੰ ਪੁੱਛੀਏ ਵੀ ਜਿਲੇ ਅੰਮ੍ਰਿਤ ਤਿਆਰ ਕੀਤਾ, 5 ਬਾਣੀਆਂ ਪੜ੍ਹਨ ਨੇ ਤਿਆਰ ਹੋਇਆ ਨਾ, ਬਾਣੀ ਦੁਆਰਾ ਤਿਆਰ ਹੋਇਆ ਅੰਮ੍ਰਿਤ। ਤੇ ਦੂਜਾ ਹੁਣ ਦੇਖੋ, ਆਪਾਂ ਧਰਤੀ 'ਚ ਬੋਰ ਕਰਦੇ ਹਾਂ, ਇੱਥੇ ਬੱਚਿਆਂ ਨਹੀਂ ਦੇਖਿਆ ਆਪਣੇ, ਉੱਧਰ ਤਾਂ ਦੇਖਦੇ, ਇੱਥੇ ਵੀ ਦੇਖ ਸਕਦੇ ਜਿੱਥੇ ਕਿਤੇ ਹੋਵੇ। ਬਾਹਰੋਂ ਪਾਣੀ ਪਾਉਣਾ ਪੈਂਦਾ, ਫਿਰ ਉਹ ਪੱਖਾ ਪਾਣੀ ਚੁੱਕਦਾ, ਮੋਟਰ ਪਾਣੀ ਚੁੱਕਦੀ। ਇਸ ਤਰ੍ਹਾਂ ਅੰਦਰੋਂ ਇਹ ਚੀਜ਼ ਜਗਾਉਣ ਵਾਸਤੇ ਜੋ ਮਹਾਰਾਜ ਨੇ ਮਰਜ਼ਾਦਾ ਬਣਾਈ ਹੈ, ਇਹ 5 ਪਿਆਰਿਆਂ ਦੁਆਰਾ ਅੰਮ੍ਰਿਤ ਦੀ ਦਾਤ ਸੰਗਤ ਨੂੰ ਬਖਸ਼ੀ ਜਾਂਦੀ ਕਿ ਅੰਦਰੋਂ ਤੇ ਬਾਹਰੋਂ ਇਹਦਾ ਕਨੈਕਸ਼ਨ ਜੁੜੇ, ਫਿਰ ਇਹ ਅੰਮ੍ਰਿਤ ਦੀ ਧਾਰਾ ਜਿਹੜੀ ਉਹ ਪ੍ਰਕਾਸ਼ਮਾਨ ਹੋਏਗੀ। ਉਹ ਗੁਰਮੁਖ ਪਿਆਰੇ ਬਾਹਰੋਂ ਬਾਣੀ ਪੜ੍ਹਨ ਦਾ ਮਤਲਬ ਜਿਹੜੀ ਅੰਮ੍ਰਿਤ ਰੂਪੀ ਆਤਮਾ, ਉਹਦੇ ਨਾਲ ਸਾਡੀ ਅਟੈਚਮੈਂਟ ਹੋ ਜਾਏ, ਮਿਲਾਪ ਹੋ ਜਾਏ, ਤਾਲਮੇਲ ਜੁੜ ਜਾਏ। ਇਸ ਵਾਸਤੇ ਹੁਣ ਜਿਵੇਂ ਆਪਾਂ ਭੋਜਨ ਖਾਂਦੇ ਹਾਂ, ਮੈਦੇ ਵਿੱਚ ਚਲੇ ਗਿਆ, ਮੈਦੇ ਨੇ ਰਸ ਬਣਾ ਕੇ ਲੀਵਰ ਨੂੰ ਭੇਜਤਾ, ਲੀਵਰ ਨੇ ਖੂਨ ਬਣਾ ਕੇ ਦਿਲ ਨੂੰ, ਉੱਥੋਂ ਸਾਰੇ ਸਰੀਰ ਵਿੱਚ ਇਹ ਸੰਚਾਰ ਹੋ ਜਾਂਦਾ। ਕਿਤੇ ਵੀ ਮਾੜੀ ਜਿਹੀ ਚੋਭਲਾ ਜੀ ਉੱਥੋਂ ਖੂਨ ਨਿਕਲ ਗਿਆ, ਸਰੀਰ 'ਚ ਵਿਆਪਕ ਹੋ ਗਿਆ ਨਾ। ਇਸ ਤਰ੍ਹਾਂ ਜਦੋਂ ਮੁੱਖ ਨਾਲ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਉਹ ਵੀ ਸਾਰੇ ਵਿਆਪਕ ਹੋ ਜਾਂਦਾ। ਰਸਨ ਨਾਲ ਭੋਜਨ ਖਾਧਾ ਸੀ, ਉਹ ਭੋਜਨ ਖੂਨ ਬਣ ਕੇ ਸਾਰੇ ਸਰੀਰ 'ਚ ਵਿਆਪਕ ਹੋ ਗਿਆ। ਇਸ ਤਰ੍ਹਾਂ ਸਿਮਰਨ ਕੀਤਾ ਵੀ ਫਿਰ ਗੁਰਮੁਖ ਰੋਮ ਰੋਮ ਹਰਿ ਧਿਆਵੈ ਅਵਸਥਾ ਬਣ ਜਾਂਦੀ ਹੈ। ਪਹਿਲਾਂ ਸ਼ੁਰੂ ਰਸਨਾ ਤੋਂ ਹੀ ਹੁੰਦਾ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜੋ, ਸਗਲੇ ਦੁਖ ਭਲਾਇਣ। ਫਿਰ ਹੌਲੀ ਹੌਲੀ ਕੰਠ ਹੈ ਜਾਂ ਹਿਰਦਾ ਆ, ਨਾਭੀ ਹੈ ਜਾਂ ਸਾਰੇ ਰੋਮਾਂ ਦਾ ਹੈ। ਸ਼ੁਰੂਆਤ ਜਿਹੜੀ ਹੈ ਉਹ ਰਸਨਾ ਤੋਂ ਹੀ ਹੁੰਦੀ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਉਹ ਮੁੱਖ ਦੇ ਨਾਲ ਇਹ ਪ੍ਰਤੱਖ 5 ਪਿਆਰਿਆਂ ਦੁਆਰਾ ਤਿਆਰ ਕੀਤਾ ਅੰਮ੍ਰਿਤ ਗੁਰੂ ਮਹਾਰਾਜ ਦੀ ਹਜ਼ੂਰੀ, ਉਹ ਵੀ ਪੀਂਦੇ ਹੈ, ਬਾਣੀ ਰੂਪੀ ਅੰਮ੍ਰਿਤ ਵੀ ਛਕਦੇ ਹਨ। ਰਹਾਉ ਵਿਸਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਜੀ ਜੰਤ ਸਭ ਸੁਖ ਬਸੇ। ਬਸ ਉਹਨਾਂ ਦੀ ਭਾਵਨਾ ਕੀ ਹੈ? ਜਿੰਨੇ ਜੀਵ ਜੰਤੂ ਆ ਸਾਰੇ ਸੁੱਖ ਨਾਲ ਵਸਣ, ਕਿਸੇ ਨੂੰ ਕੋਈ ਦੁੱਖ ਦੀ ਪ੍ਰਾਪਤੀ ਨਾ ਹੋਵੇ, ਕਿਸੇ ਨੂੰ ਕੋਈ ਕਲੇਸ਼ ਨਾ ਹੋਵੇ, ਸਭ ਦਾ ਭਲਾ ਮਨਾਉਂਦੇ ਆ, ਸਭ ਦਾ ਭਲਾ ਸੋਚਦੇ ਆ, ਕਿਸੇ ਦਾ ਬੁਰਾ ਨਹੀਂ ਕਰਦੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇਸ ਵਾਸਤੇ ਸੂਖਮ ਜੀਵ ਆ, ਸਥੂਲ ਜੀਵ ਆ, ਉਹ ਸਾਰਿਆਂ ਦਾ ਹੀ ਭਲਾ ਸੋਚਦੇ ਹਨ। ਮਹਾਰਾਜ 6ਵੇਂ ਪਾਤਸ਼ਾਹ ਦੇ ਇਤਿਹਾਸ ਪ੍ਰਸੰਗ ਆਇਆ ਕਿ ਲਾਂਗਰੀ ਸਿੰਘ ਆਟਾ ਗੁੰਨ ਰਿਹਾ, ਆਟਾ ਗੁੰਨ ਕੇ ਉਹ ਕਾਂ ਕਿਤੇ ਆਇਆ, ਉਹ ਚੁੰਝ ਭਰ ਕੇ ਤੋੜ ਕੇ ਲੈ ਗਿਆ। ਉਹ ਗੁਰਸਿੱਖ ਨੂੰ ਆਇਆ ਗੁੱਸਾ, ਹੁਣ ਗਲੇਲਾ ਮਾਰਿਆ ਤੇ ਉਹਦੀ ਲੱਤ ਟੁੱਟ ਗਈ। ਉਹ ਮਹਾਰਾਜ ਨੇ ਦੇਖਿਆ ਵੀ ਇਹਦੀ ਲੱਤ ਕਿੰਨ ਤੋੜੀ ਹੈ? ਕਹਿੰਦੇ ਮਹਾਰਾਜ ਉਹ ਪੇ ਆਟਾ ਸੀ ਤੇ ਮੈਂ ਗਲੇਲਾ ਮਾਰਿਆ। ਕਹਿੰਦੇ ਤੈਂ ਤਾਂ ਉਹਨੂੰ ਲੰਗੜਾ ਕਰਤਾ ਨਾ, ਉਹ ਹੁਣ ਵਿਚਾਰਾ ਉੱਡੇਗਾ ਕਿਵੇਂ? ਮਹਾਰਾਜ ਬੜੇ ਨਾਰਾਜ਼ ਹੋਏ।
ਸਮਾਂ ਬੀਤਦਾ ਰਿਹਾ ਪਰ ਉਹਨੂੰ ਸੇਵਾ ਨਹੀਂ ਛੱਡੀ। ਫਿਰ ਬਾਬਾ ਬਿਧੀ ਚੰਦ ਜੀ ਨੂੰ ਬੇਨਤੀ ਕੀਤੀ ਤੇ ਉਹ ਮਹਾਰਾਜ ਨੇ ਬਚਨ ਕੁਝ ਸਖਤ ਕਹੇ ਸੀ। ਬਾਬਾ ਬਿਧੀ ਚੰਦ ਕਹਿੰਦੇ ਮੈਂ ਆਪਣੇ ਤੇ ਚੱਲ ਲਊਂਗਾ ਤੇ ਆ ਜਾ। ਗੁਰਸਿੱਖ ਵੀ ਪਰਉਪਕਾਰੀ ਹੁੰਦੇ ਆ, ਪਰਉਪਕਾਰੀ ਗੁਰੂ ਪਿਆਰੇ। ਮਹਾਰਾਜ ਨੇ ਬੇਨਤੀ ਕੀਤੀ। ਫਿਰ ਮਹਾਰਾਜ ਫਿਰ ਆਟੇ ਦੇ ਸਤਿਕਾਰ ਵਾਸਤੇ ਲੰਗਰ ਦੇ ਹੀ ਤੋਂ ਹੋਇਆ, ਵੀ ਜਾਣ ਕੇ ਤਾਂ ਕੀਤਾ ਨਹੀਂ। ਤੇ ਪੇ ਪੁੱਤਰ ਜਿਹੜੇ ਨਾ ਬੜੇ ਤਕੜੇ ਮੁਸੱਬਰ ਆ। ਮੇਰੀ ਇੱਕ ਬੇਨਤੀ ਹੈ ਵੀ ਆਪਣਾ ਜਿਹੜਾ ਫੋਟੋ ਆ ਨਾ ਇਹਨਾਂ ਨੂੰ ਬਣਾਉਣ ਦਿਓ। ਬਿਧੀ ਚੰਦ ਦਾ ਮਹਾਰਾਜ ਬਚਨ ਨਹੀਂ ਸੀ ਮੋੜਦੇ, ਬਹੁਤ ਪ੍ਰਸੰਨ ਸੀ। ਫਿਰ ਉਹ ਫੋਟੋ ਉਹਨਾਂ ਨੇ ਤਿਆਰ ਕਰਕੇ ਦਿੱਤਾ। ਅੱਜ ਵੀ ਉਹਨਾਂ ਦੇ ਅੰਸ਼ ਕੋ ਹੈ, ਦਰਸ਼ਨ ਸੰਗਤਾਂ ਕਰਦੀਆਂ। ਅਤੇ ਮਹਾਰਾਜ ਨੇ ਫਿਰ ਉਹਨੂੰ ਮਾਫ ਕਰਤਾ। ਮਤਲਬ ਇਹ ਹੈ ਕਿ ਦੇਖੋ ਮਹਾਰਾਜ ਛੋਟੇ ਛੋਟੇ ਜੀਵ ਜਨਤਾਂ 'ਤੇ ਵੀ ਦਇਆ ਕਰਦੇ ਸੀ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨੂੰ ਛੋੜੀਏ, ਜਵਲਾ ਘਟ ਮੈਂ ਪ੍ਰਾਨ। 800 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਹੁਣ ਹਰ ਬੰਦਾ ਨਹੀਂ ਕਰਦਾ। ਜਿਹੜੇ ਉਹ ਮਹਾਂਪੁਰਖ ਆ ਉਹ ਸਾਰਿਆਂ 'ਚ ਆਪਣੀ ਆਤਮਾ ਨੂੰ ਦੇਖਦੇ ਆ। ਇਸ ਕਰਕੇ ਜਿੰਨੇ ਵੀ ਜੀਵ ਜੰਤੂ ਆ ਉਹਨਾਂ ਸਾਰਿਆਂ ਦਾ ਹੀ ਉਹ ਭਲਾ ਸੋਚਦੇ ਹਨ। ਸਭ ਕਾ ਮਨ ਲੋਚ। ਔਰ ਸਾਰਿਆਂ ਦੇ ਭਲੇ ਦੀ ਉਹਨਾਂ ਦੇ ਮਨ 'ਚ ਲੋਚ ਇੱਛਾ ਹੁੰਦੀ ਹੈ, ਕਿਸੇ ਦਾ ਬੁਰਾ ਨਾ ਹੋਵੇ। ਕਿਉਂਕਿ ਜਦੋਂ ਆਤਮਾ ਗਿਆਨੀ ਬਣ ਜਾਂਦਾ, ਹੁਣ ਬਾਬਾ ਦਲੀਪ ਸਿੰਘ ਸਾਹਿਬ ਸੀਗੇ, ਕਿਤਨਾ ਦਿਆਲੂ ਸੁਭਾਅ ਸੀ। ਗੰਭੀਰ ਦਾ ਇਲਾਜ ਵੀ ਹੋਰ ਬਿਮਾਰੀਆਂ ਦੇ ਨਾਲ ਕਰਦੇ ਸੀ। ਅੱਜ ਤਾਂ ਹੁਣ ਬਹੁਤ ਸਾਧਨ ਹੋ ਗਏ ਨਾ, ਅੱਗੇ ਐਸੇ ਸਾਧਨ ਨਹੀਂ ਸੀ ਹੁੰਦੇ। ਅਤੇ ਗਲ ਜਾਂਦੇ ਸੀ ਜ਼ਖਮ। ਬੱਤੀਆਂ ਨਾਲ ਦਵਾਈਆਂ ਲਾ ਲਾ ਕਿਵੇਂ ਭਰਦੇ ਸੀ। ਰਾਜੀ ਕਈ ਰਾਜੀ ਹੋ ਗਏ। ਸੰਤ ਸਵਰਨ ਸਿੰਘ ਆਪਣੇ ਰਾਗੀ ਸੀ ਡੇਰੇ, ਅਮਰ ਸਿੰਘ ਮੱਝਾਂ ਵਾਲੇ, ਇਹ ਸਾਰੇ ਗੰਭੀਰ ਦੇ ਰੋਗੀ ਸੀ। ਜੋ ਮਹਾਂਪੁਰਖਾਂ ਦੀ ਦਇਆ ਦਾ ਫਲ ਰਾਜੀ ਹੋਣ ਤੋਂ ਬਾਅਦ ਘਰ ਵਾਲੇ ਤੋਂ ਉੱਥੇ ਛੱਡ ਗਏ ਨਾ, ਕਿ ਹੁਣ ਇਹਨਾਂ ਗਲਿਆਂ ਸੜਿਆਂ ਤੋਂ ਆਪਾਂ ਕੀ ਲੈਣਾ। ਮਹਾਂਪੁਰਖ ਰਾਜੀ ਕਰਦੇ, ਉਹ ਮੁੜ ਕੇ ਘਰੇ ਹੀ ਨਹੀਂ ਗਏ। ਸਾਰੀਆਂ ਜ਼ਿੰਦਗੀਆਂ ਸੇਵਾ 'ਚ ਗੁਜ਼ਾਰ ਗਏ। ਇਸ ਤਰ੍ਹਾਂ ਦੇ ਇੱਕ ਨਹੀਂ, ਬੇਅੰਤ ਰੋਗੀ ਲੋਕ। ਪ੍ਰਧਾਨ ਜੀ ਬਾਬਾ ਜੀ ਦੇ ਕੰਪਾਊਂਡਰ ਕਹਿ ਲਓ, ਵੈਦ ਕਹਿ ਲਓ। ਆਮ ਬੰਦਾ ਕਹੇਗਾ ਵੀ ਇਹਨਾਂ ਦੇ ਸਰੀਰ ਦੀ ਨੇਚਰ ਕਿਸ ਤਰ੍ਹਾਂ ਦੀ ਹੈ, ਇਹ ਵੀ ਵੈਦ ਹੋਣਗੇ। ਉਹ ਸਮਝ ਲਓ ਅਸ਼ਵਨੀ ਕੁਮਾਰ ਹੀ ਸੀਗੇ ਜਿਹੜੇ ਦੇਵਤਿਆਂ ਦੇ ਵੈਦ ਆ। ਜਿਹੜੀ ਬਾਬਾ ਜੀ ਦੀ ਔਸ਼ਧਾਲਿਆ ਸੀ, ਕਿੰਨੀ ਸੇਵਾ ਉਹ ਕਰ ਗਏ। ਬਾਬਾ ਜੀ ਵੀ ਦੇਖਦੇ ਰਹੇ, ਆਪਾਂ ਵੀ ਦੇਖਦੇ ਰਹੇ। ਸਾਰਾ ਕਮਰਾ ਦਵਾਈਆਂ ਨਾਲ ਭਰਿਆ ਹੁੰਦਾ ਸੀ। ਰਾਣੇ ਜੱਟਾਂ ਤੋਂ ਲੈ ਕੇ ਨਾ ਡਮੇਲੀ ਤੱਕ ਇੱਕ ਰੋਗੀਆਂ ਦਾ ਤੰਤਾ ਵੱਜਾ ਹੁੰਦਾ ਸੀ। ਉੱਧਰੋਂ ਆਉਣ ਜਾਣੇ ਤੇ ਉੱਧਰ ਜਾਣ ਵਾਲੇ। ਪਿੱਛੇ ਹੱਥ ਕਿਹਦਾ ਸੀ? ਸੰਤ ਮਹਾਰਾਜ ਹਰਖਵਾਲ ਵਾਲਿਆਂ ਦਾ, ਬਾਬਾ ਦਲੀਪ ਸਿੰਘ ਜੀ ਦਾ। ਇਹ ਕਿਰਪਾ ਹੁੰਦੀ ਹੈ, ਦਇਆ ਵਾਲਾ ਭਾਵ। ਇੱਕ ਵਾਰੀ ਮਹਾਰਾਜ ਕਹਿੰਦੇ ਬਾਬੇ ਬਿਹਾਲੇ ਵਾਲਿਆਂ ਨੂੰ ਵੀ ਸੰਤਾਂ ਦੀ ਤਾਂ ਉਮਰ ਮੁੱਕ ਗਈ ਹੈ, ਦਲੀਪ ਸਿੰਘ ਉਹਨਾਂ ਦੀ, ਬਾਬਾ ਦਲੀਪ ਸਿੰਘ ਦੀ ਪਰਉਪਕਾਰੀ। ਫਿਰ ਸਾਰੇ ਮਹਾਂਪੁਰਖਾਂ ਨੇ ਆਪਣੀ ਉਮਰ 'ਚੋਂ ਉਹਨਾਂ ਨੂੰ ਉਮਰ ਦਿੱਤੀ।
ਵੀ ਇਹ ਹੋਰ ਸੇਵਾ ਕਰਨ। ਦੇਖ ਲਓ ਬ੍ਰਹਮ ਗਿਆਨੀ ਹਨ, ਹਰ ਵੇਲੇ ਸੇਵਾ ਵਾਲਾ ਭਾਵ, ਦਇਆ ਵਾਲਾ ਭਾਵ ਮਹਾਂਪੁਰਖਾਂ ਦੇ ਇਹ ਵਿੱਚ ਹੁੰਦਾ ਹੈ। ਕਿਉਂਕਿ ਭਗਵਾਨ ਬੁੱਧ ਕਹਿੰਦੇ ਇੱਕ ਬਿਮਾਰ ਨੂੰ ਰਾਜੀ ਕਰ ਦਿਓ 60 ਸਾਲ ਦੀ ਤਪੱਸਿਆ ਦੇ ਬਰਾਬਰ ਆ। ਕਿਉਂਕਿ ਬਿਮਾਰ ਆਦਮੀ ਕੁਝ ਵੀ ਨਹੀਂ ਕਰ ਸਕਦਾ, ਉਹਦਾ ਭਜਨ ਵੀ ਬਿਮਾਰੀ ਦਾ ਹੀ ਹੋ ਜਾਂਦਾ ਹਰ ਵੇਲੇ। ਜਿਹੜਾ ਤੰਦਰੁਸਤ ਬੰਦਾ ਉਹ ਹਰ ਪੱਖ ਵਿੱਚ ਕਾਮਯਾਬ ਹੁੰਦਾ। ਇਸ ਵਾਸਤੇ ਤੰਦਰੁਸਤੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਮਨ 'ਚ ਹਰੇਕ ਜੀਵ ਜੰਤੂ ਦੇ ਉੱਤੇ ਦਇਆ ਵਾਲਾ ਭਾਵ, ਸਭ ਦਾ ਭਲਾ ਸੋਚਦੇ ਹਨ। ਪਰ ਉਪਕਾਰ ਨਿਤ ਚਿਤਵਤੇ, ਹਮੇਸ਼ਾ ਹੀ ਪਰਉਪਕਾਰ ਸੋਚਦੇ ਰਹਿੰਦੇ। ਹੁਣ ਬਾਬੇ ਰਾਗਾ ਸੁਣੀ ਆਏ, ਬਾਬਾ ਹਰਵੰਸ ਸਿੰਘ ਆਏ, ਆਮ ਲੋਕ ਕਹਿੰਦੇ ਅਰਥੀ ਹੈ, ਪਰ ਮਹਾਂਪੁਰਖਾਂ ਦੀ ਸ਼ਰਨ ਨਾਲ ਹੁਣ ਕਿੰਨੀ ਕਿੰਨੀ ਵਿਦਿਆ, ਕਿੰਨੇ ਗੁਣ, ਕਿੱਡੀਆਂ ਕਿੱਡੀਆਂ ਸੇਵਾ ਮਹਾਰਾਜ ਨੇ ਉਹਨਾਂ ਤੋਂ ਕਰਵਾ ਦਿੱਤੀਆਂ। ਪਿੰਗਲ ਪਰਬਤ ਪਾਰ ਪਰੇ, ਆਮ ਧਾਰਨਾ ਵਿੱਚ ਪਿੰਗਲਾ ਪਹਾੜ ਚੜ੍ਹ ਜਾਏ, ਉਹ ਗੱਲ ਹੈ। ਪਿੰਗਲ ਪਰਬਤ ਪਾਰ ਪਰੇ ਹਰ ਚਤੁਰ ਕੀਤਾ, ਅੰਦਲੇ ਧਰਮ ਸੋਜਾ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਪੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਕਈ ਵਾਰੀ ਜਿਹੜੇ ਬੰਦੇ ਪੂਰੇ ਰਿਸ਼ਟ ਪੁਸ਼ਟ ਆ ਉਹ ਵੀ ਇੰਨੀ ਸੇਵਾ ਨਹੀਂ ਕਰ ਸਕਦੇ, ਪਰ ਜੇ ਉਹਦੀ ਕਿਰਪਾ ਹੋ ਜਾਏ ਤੇ ਕਮਾਲ ਦੀ ਗੱਲ ਹੀ ਹੈ। ਹੈਰਾਨ ਹੋ ਜਾਈਦਾ ਵੀ ਐਸਾ ਵੀ ਹੋ ਸਕਦਾ ਹੈ, ਪਰ ਜੋ ਕਿਰਪਾ ਕਰਦੇ ਤੇ ਉਹ ਕਰਵਾ ਦਿੰਦੇ ਆ। ਇਸ ਕਰਕੇ ਪਰਉਪਕਾਰ ਨਿਤ ਚਿਤਵਤੇ। ਜਦੋਂ ਭੁੱਲਾਰਾਈ ਤੋਂ ਬਾਬਾ ਜੀ ਕੋ ਰਾਗਾ ਸਿੰਘ ਜੀ ਬਾਬਾ ਸਾਹਿਬ ਨੂੰ ਛੱਡ ਕੇ ਗਏ ਮਹਾਰਾਜ ਹਰਖਵਾਲ ਵਾਲੇ, ਉਹ ਕਹਿੰਦੇ ਇਹਦਾ ਬਹੁਤ ਵੱਡਾ ਗੰਧਾਰਵ ਹੋਊਗਾ। ਮਹਾਰਾਜ ਨੇ ਬਚਨ ਕਰਤਾ, ਅਤੇ ਬਚਨ ਵਿੱਚ ਤਾਂ ਲਓ ਦੁਨੀਆ ਦਾ ਕੋਈ ਐਸਾ ਸਾਜ਼ ਨਹੀਂ ਜਿਹਨੂੰ ਉਹ ਨਹੀਂ ਸੀ ਵਜਾ ਸਕਦੇ। ਕਿਰਪਾ ਦੀ ਗੱਲ ਹੈ। ਇਸ ਵਾਸਤੇ ਦ੍ਰਿਸ਼ਟੀ ਜਿੱਥੇ ਵੀ ਮਿਹਰ ਦੀ ਕਰ ਦਿੰਦੇ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ, ਅੰਮ੍ਰਿਤ ਵਰਸਦਾ ਬਚਨ, ਅੰਮ੍ਰਿਤ ਰੂਪੀ ਝਰਨੇ ਫੁੱਟਦੇ ਆ। ਇਸ ਵਾਸਤੇ ਮਹਾਰਾਜ ਕਹਿੰਦੇ ਆ ਕਿ ਉਹ ਹਮੇਸ਼ਾ ਪਰਉਪਕਾਰ ਹੀ ਚਿਤਵਦੇ ਹਨ ਅਤੇ ਕਿਸੇ ਪ੍ਰਕਾਰ ਦੀ ਸੋਚ ਚਿੰਤਾ ਨਹੀਂ ਕਰਦੇ, ਹਰ ਵੇਲੇ ਪਰਉਪਕਾਰ ਹੀ ਕਰੀ ਜਾਂਦੇ ਹਨ। ਨਾਹੀਂ ਕਛ ਪੋਚ, ਤੇ ਨਾ ਕਿਸੇ ਤਰ੍ਹਾਂ ਦਾ ਪੋਚ, ਬਨਾਵਟ ਜਾਂ ਦਿਖਾਵਾ ਕਰਦੇ। ਜੋ ਕਰਦੇ ਆ ਅੰਦਰੋਂ ਬਾਹਰੋਂ ਭੇਜ ਕੇ ਕਰਦੇ ਆ। ਅੰਦਰੋਂ ਬਾਹਰੋਂ ਉਹਨਾਂ ਦੀ ਇੱਕ ਵਾਰੀ ਇੱਕ ਬੈਲ ਸੀ ਇੱਧਰੋਂ ਕਸ਼ਮੀਰ ਵੱਲੋਂ ਆਇਆ, ਲਾਲ ਜਿਹਾ ਰੰਗ ਦਾ, ਬੜੀ ਸੇਵਾ ਕੀਤੀ, ਬਹੁਤ ਸੇਵਾ ਕੀਤੀ, ਹਲ ਵਾਹੁੰਦਾ ਰਿਹਾ ਖੇਤੀ, ਸਰੀਰ ਤਿਆਗ ਗਿਆ। ਕਹਿੰਦੇ ਮਹਾਰਾਜ ਬੈਲ ਦੀ ਗਤੀ, ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਕਹਿੰਦੇ ਪਿਛਲਾ ਇਹ ਵੀ ਸੇਵਾਦਾਰੀ ਸੀ, ਕੋਈ ਅਕਾਈ ਰਹਿ ਗਈ ਸੀ, ਉਹ ਪੂਰੀ ਕਰਨ ਲਈ ਆਇਆ ਸੀ, ਦਰਗਾਹ 'ਚ ਪ੍ਰਵਾਨ ਹੋ ਗਈ, ਮੁਕਤ ਹੋ ਗਿਆ। ਜਿੰਨੇ ਬੈਲ ਸੀ ਨਾ, ਦੇਖੋ ਉਹਨਾਂ ਦੀ ਦਇਆ। ਇੱਕ ਇੱਕ ਟੀਨ ਦੇਸੀ ਘਿਓ ਦਾ ਸਿਆਲ ਦੇ ਮਹੀਨੇ ਸ਼ਾਮ ਨੂੰ ਨਾਲ ਨਾ ਦਿੱਤਾ ਜਾਂਦਾ ਸੀ। ਮੂਹਰੇ ਸੁੱਕੀ ਤੂੜੀ ਪਾ ਦੇਣੀ, ਪਾਣੀ ਨਾ ਪੀਣ, ਖੰਘ ਨਾ ਹੋ ਜਾਏ।
ਦੇਖੋ ਪਸ਼ੂਆਂ ਦੇ ਉੱਤੇ, ਬੈਲਾਂ 'ਤੇ ਇੱਕ ਇੱਕ ਟੀਨ ਘਿਓ ਦਾ, 16 ਸਿਰ ਪੱਕਾ। ਇਹ ਖੇਤੀ ਕਰਦੇ ਆ ਗੁਰੂ ਘਰ ਦੀ, ਤੁਸੀਂ ਖਾਈ ਜਾਂਦੇ ਆ। ਅਤੇ ਇਹ ਵੀ ਰਿਸ਼ਟ ਪੁਸ਼ਟ ਹੋਣਗੇ ਤਾਂ ਹੀ ਵਧੀਆ ਖੇਤੀ ਕਰਨਗੇ ਨਾ। ਅਤੇ ਮਹਾਰਾਜ ਕਹਿੰਦੇ ਸੀ ਜਿੰਨੇ ਮੱਝਾਂ ਗਾਈਆਂ ਪਸ਼ੂ, ਇਹਨਾਂ 'ਤੇ ਜ਼ੁਲਮ ਧੱਕਾ ਨਹੀਂ ਕਰਨਾ। ਇਹ ਪਿਛਲੇ ਮਹਾਰਾਜ ਦੇ ਸੇਵਾਦਾਰ ਆ, ਕੋਈ ਇਕਾਈ ਰਹੀ ਹੈ, ਹਿਸਾਬ ਕਿਤਾਬ ਮੁਕਾਉਣ ਲਈ ਆਏ ਹੈ। ਇਹਨਾਂ 'ਤੇ ਜ਼ੋਰ ਜ਼ੁਲਮ ਨਹੀਂ ਕਰਨਾ। ਪਰ ਸਾਡੀ ਸੋਚ ਫਿਰ ਕਈ ਵਾਰੀ ਛੋਟੀ ਹੁੰਦੀ ਨਾ, ਅਸੀਂ ਆਪਣੀ ਸੋਚ ਨਾਲ ਸੋਚਦੇ, ਮਹਾਂਪੁਰਖਾਂ ਦੀ ਆਪਣੀ ਸੋਚ ਹੁੰਦੀ। ਐਵੇਂ ਲੈ ਮਹਾਰਾਜ ਬੋਲਦਾਂ ਨੂੰ ਕੀ ਖਿਲਾਈ ਜਾਂਦੇ ਆ, ਵੀ ਸੇਵਾਦਾਰਾਂ ਨੂੰ ਖਾਣ ਨੂੰ ਦਿਆ ਕਰ, ਵੀ ਸੇਵਾਦਾਰਾਂ ਨੂੰ ਦਿੰਦੇ ਨਹੀਂ, ਬੋਲਦਾਂ ਨੂੰ ਖਿਲਾਈ ਜਾਂਦੇ ਆ। ਉਹਨੇ ਉਹ ਬੋਲਦਾਂ ਨੂੰ ਘਿਓ ਬੰਦ ਕਰਤਾ। ਮਹਾਰਾਜ ਜਾਣ ਸੀ, ਡੇਰੇ ਆਉਣੋਂ ਹਟ ਗਏ, ਡਮੇਲੀ ਆਉਣਾ ਅਤੇ ਚਲੇ ਜਾਣਾ। ਉਜਲੇ ਬਾਬਾ ਜੱਗਾ ਸਿੰਘ, ਸੰਤ ਬਾਲ ਸਿੰਘ, ਜਹਰ ਜਨ ਪਤਾ ਲੱਗਾ ਮਹਾਰਾਜ ਆਏ ਆ, ਕਿ ਨਾਰਾਜ਼ ਹੋ ਗਏ, ਆਉਂਦੇ ਹੀ ਨਹੀਂ, ਉੱਧਰ ਨੂੰ ਚਲੇ ਜਾਂਦੇ। ਉਹ ਇਕੱਠੇ ਹੋ ਕੇ ਡਮੇਲੀ ਆ ਗਏ, ਅਤੇ ਮਹਾਰਾਜ ਹੁਣ ਤੁਸੀਂ ਆਉਂਦੇ ਨਹੀਂ, ਅਤੇ ਲੰਗਰ ਵੀ ਤਾਂ ਘਿਓ ਆਉਣਾ ਬੰਦ ਹੋ ਗਿਆ, ਸੁੱਕਾ ਹੀ ਕੰਮ ਚੱਲਦਾ। ਉਹ ਜਾਣ ਕਹਿੰਦੇ ਬੈਲਾਂ ਨੂੰ ਘਿਓ ਦਿੱਤਾ ਸੀ, ਹੁਣ ਕੀ ਦੱਸਣ। ਕਹਿੰਦੇ ਤੁਸੀਂ ਬੇਜ਼ਬਾਨਿਆਂ ਦਾ ਬੰਦ ਕੀਤਾ, ਰੱਬ ਨੇ ਤੁਹਾਡਾ ਬੰਦ ਕਰਤਾ। ਗੱਜ ਕੇ ਬੋਲੋ। ਇਹ ਆ ਮਹਾਂਪੁਰਖ, ਉਹਨਾਂ ਦੇ ਅੰਦਰ ਇਹ ਦਇਆ ਵਾਲਾ ਭਾਵ ਹੁੰਦਾ ਹੈ। ਉਹ ਕਿਸੇ ਤਰ੍ਹਾਂ ਦੀ ਬਨਾਵਟ ਜਾਂ ਦਿਖਾਵੇ, ਪ੍ਰਪੰਚੀ ਲੀਲਾ ਨਹੀਂ ਕਰਦੇ, ਪੋਚਾ ਪਾਚੀ ਨਹੀਂ ਕਰਦੇ। ਜੋ ਕਰਦੇ ਆ ਅੰਦਰੋਂ ਬਾਹਰੋਂ ਸਾਰਿਆਂ ਨਾਲ ਪਿਆਰ ਭਾਵਨਾ, ਹਰ ਜੀਵ ਜੰਤੂ ਦੇ ਭਲੇ ਦੀ ਗੱਲ ਕਰਦੇ ਹਨ। ਧਨ ਸੁਥਾਨ ਬਸੰਤ ਧਨ, ਜਿੱਥੇ ਉਹ ਰਹਿੰਦੇ ਆ ਉਹ ਸਥਾਨ ਧਨਤਾ ਯੋਗ ਹੋ ਜਾਂਦਾ। ਨਿਤ ਦਿਵਾਲੀ ਸਾਧ ਕੀ ਅੱਠੇ ਪੈਰ ਬਸੰਤ, ਉਹਨਾਂ ਨੇ ਸਦਾ ਹੀ ਦਿਵਾਲੀਆਂ, ਸਦਾ ਹੀ ਬਸੰਤਾਂ ਆ, ਹਮੇਸ਼ਾ ਹੀ ਖੁਸ਼ੀਆਂ ਖੇੜੇ ਉਹਨਾਂ ਕੋਲ ਹੁੰਦੇ ਆ। ਇਹੀ ਉਹ ਵੰਡਦੇ ਹਨ। ਜਹ ਜਪਿਆ ਨਾਮ, ਜਿੱਥੇ ਨਾਮ ਜਪਿਆ ਜਾਂਦਾ ਉੱਥੇ ਸਾਰੀਆਂ ਹੀ ਬਰਕਤਾਂ ਜਿਹੜੀਆਂ ਆ ਕੇ ਸਮਾ ਜਾਂਦੀਆਂ। ਉਸ ਧਰਤੀ 'ਚ ਵੀ ਬਰਕਤ ਆ ਜਾਂਦੀ ਹੈ। 800 ਤੀਰੇ ਜਾਂ ਸਾਧ ਭਗਤ ਹੈ, ਕੋਟ ਬੈਕੁੰਠ ਜੈ ਨਾਮ ਉਚਰੈ। ਕਹਿੰਦੇ ਸ਼ਿਵ ਜੀ ਜਾ ਰਹੇ ਸੀ, ਇੱਕ ਦਿਨ ਥੜਾ ਬਣਾਇਆ, 4 ਪ੍ਰਕਰਮਾਂ ਕਰਕੇ ਨਮਸਕਾਰ ਕੀਤੀ। ਮਾਤਾ ਪਾਰਵਤੀ ਜੀ ਕਹਿਣ ਲੱਗੇ ਭੋਲੇਨਾਥ, ਇਹ ਕੋਈ ਮੰਦਰ ਤੇ ਹੈ ਨਹੀਂ ਸਥਾਨ, ਮੱਥਾ ਟੇਕਿਆ। ਕਹਿੰਦੇ ਧਰਤੀ ਅੜੀਕ ਕਰ ਰਹੀ ਹੈ, 100 ਸਾਲ ਨੂੰ ਇੱਕ ਸੰਤ ਨੇ ਆ ਕੇ ਇੱਥੇ ਭਜਨ ਕਰਨਾ। ਅੱਗੇ ਉੱਥੇ ਐਵੇਂ ਕਹਿੰਦੇ ਇਸ ਧਰਤੀ 'ਤੇ 100 ਸਾਲ ਪਹਿਲਾਂ ਕੋਈ ਮਹਾਂਪੁਰਖ ਭਜਨ ਕਰਕੇ ਗਿਆ। ਇਹ ਸਥਾਨ ਅਲੋਪ ਹੋ ਰਿਹਾ ਸੀ। ਅਸੀਂ ਨਿਸ਼ਾਨ ਕਾਇਮ ਕਰਦੇ ਹਾਂ ਕਿ ਤਪੋ ਭੂਮੀ ਕਾਇਮ ਰਹੇ। ਜਿੱਥੇ ਵੀ ਭਜਨ ਕਰਦੇ ਹੈ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੋਂ ਨਿਵਾਸ ਕਰਦੇ ਹੈ ਉਹ ਧਰਤੀ ਬੈਕੁੰਠ ਬਣ ਜਾਂਦੀ ਹੈ। ਕਥਾ ਕੀਰਤਨ ਹਰ ਅਤ ਕਨਾ, ਅਤ ਸਹਿ ਕਨਾ ਬਹੁਤ ਗਾੜੇ ਢੰਗ ਨਾਲ ਉਹ ਕਥਾ ਕੀਰਤਨ ਕਰਦੇ ਕਰਾਉਂਦੇ ਹਨ। ਸੁਖ ਸਹਿਜ ਵਿਸਰਾਮ, ਫਿਰ ਸਹਿਜ ਅਵਸਥਾ ਦੀ ਪ੍ਰਾਪਤੀ ਤੋਂ ਬਾਅਦ ਉਹਨਾਂ ਨੂੰ ਆਤਮਕ ਰੂਹਾਨੀ ਜਿਹੜਾ ਸੁੱਖ ਪ੍ਰਾਪਤ ਹੋ ਜਾਂਦਾ, ਉਸ ਸੁੱਖ ਨੂੰ ਗਾਹਾਂ ਵੀ ਵੰਡਦੇ ਹਨ। ਮਨ ਤੇ ਕਦੇ ਨਾ ਵਿਸਰਾਏ, ਉਹਨਾਂ ਦੇ ਮਨ 'ਚੋਂ ਪਰਮਾਤਮਾ
ਦਾ ਨਾਮ ਕਦੇ ਵੀ ਭੁੱਲਦਾ ਨਹੀਂ ਹੈ। ਅਨਾਥ ਕੋ ਨਾਥ, ਅਨਾਥਾਂ ਦੇ ਨਾਥ ਬਣ ਜਾਂਦੇ। ਬਾਬਾ ਗੁਰਮੁਖ ਸਿੰਘ ਜੀ ਹੋਏ ਨਾ, ਉਹ ਜਿੰਨੇ ਪ੍ਰਸ਼ਾਦੇ ਵੱਜ ਜਾਂਦੇ ਸੀ, ਕੂਕਰਾਂ ਨੂੰ ਪਾਉਣੇ, ਭੋਰਾ ਕਰਕੇ ਪੰਛੀਆਂ ਨੂੰ ਪਾਉਣਾ। ਅੱਜ ਵੀ ਉਹਨਾਂ ਦੇ ਸੰਪਰਦਾਵਾਂ 'ਚ ਰਿਵਾਜ ਹੈਗੇ ਆ। ਅਤੇ ਸਾਡੀ ਸੋਚ ਫਿਰ ਘਟੀਆ ਹੁੰਦੀ ਹੈ। ਕਹਿੰਦੇ ਲਓ ਜੀ ਬਾਬੇ ਪਹਿਲਾਂ ਤਾਂ ਗਜਾ ਕਰਕੇ ਪ੍ਰਸ਼ਾਦੇ ਲਿਆਉਂਦੇ ਆ, ਫਿਰ ਕੁੱਤਿਆਂ ਨੂੰ ਪਾਈ ਜਾਂਦੇ ਆ। ਉਹ ਜਾਣ ਸੀ, ਉਹਨੇ ਪ੍ਰਸ਼ਾਦੇ ਬੰਦ ਕਰਤੇ। ਉਹ ਪਿੰਡ ਵਿੱਚ ਪਸ਼ੂ ਮਾਰਨ ਲੱਗ ਪਿਆ। ਕਿਸੇ ਦੀ ਮੱਝ ਮਰ ਗਈ, ਕਿਸੇ ਦਾ ਬਲਦ ਮਰ ਗਿਆ, ਕੱਟਾ ਬੱਛਾ ਮਰ ਗਿਆ। ਹੁਣ ਜ਼ਿਮੀਂਦਾਰ ਜਿਹੜੇ, ਹੁਣ ਅੱਜ ਕੱਲ੍ਹ ਤਾਂ ਮਸ਼ੀਨਰੀ ਹੈ, ਅੱਗੇ ਮਾਲ ਦਾ ਹੁੰਦਾ ਸੀ ਨਾ, ਮਾਲ ਦਾ ਮਾਰਿਆ ਜ਼ਿਮੀਂਦਾਰ ਨਹੀਂ ਸੀ ਉੱਠਦਾ ਹੁੰਦਾ। ਹੁਣ ਖੜੇ ਪੈਰ ਬੈਲ ਕਿੱਥੋਂ ਲੈ ਲੂਗਾ? ਉਹ ਨਹੀਂ ਕਿਹਾ ਵੀ ਇਹ ਕੀ ਗੱਲ ਹੋ ਗਈ, ਨਾ ਕੋਈ ਬਿਮਾਰੀ, ਨਾ ਇਉਂ ਖੜੇ ਖੜੇ ਡਿੱਗ ਪੈਂਦੇ ਆ, ਮਰੀ ਜਾਂਦੇ ਆ। ਸਿਆਣੇ ਵੀ ਵਿੱਚ ਹੁੰਦੇ ਆ, ਪਿੰਡ ਸਾਰਾ ਕੋਈ ਕੌਮ ਮਾੜੀ ਨਹੀਂ ਹੁੰਦੀ, ਚੰਗੇ ਵੀ ਹੁੰਦੇ ਆ ਇਕੱਠੇ ਹੋਏ। ਇਹ ਕਾਰਨ ਕੀ? ਕਹਿੰਦੇ ਕਾਰਨ ਕੋਈ ਸਮਝ ਨਹੀਂ ਆ ਰਹੀ, ਚਲੋ ਮਹਾਂਪੁਰਸ਼ਾਂ ਕੋਲ ਚਲੀਏ। ਧੰਨ ਧੰਨ ਬਾਬਾ ਗੁਰਮੁਖ ਸਿੰਘ ਜੀ ਮਹਾਰਾਜ ਕਾਰਸੇ ਵਾਲਿਆਂ ਕੋਲ ਆ ਗਏ। ਇਹ ਮਹਾਰਾਜ ਸਾਡੇ ਤਾਂ ਡੰਗਰ ਮਰੀ ਜਾਂਦੇ ਆ, ਬਹੁਤ ਨੁਕਸਾਨ ਹੋ ਰਿਹਾ, ਕਿਰਪਾ ਕਰੋ। ਉਹ ਕਹਿੰਦੇ ਭਾਈ ਗੱਲ ਇਹ ਆ, ਅਸੀਂ ਬਚੇ ਹੋਏ ਪ੍ਰਸ਼ਾਦੇ ਕੁੱਤਿਆਂ ਨੂੰ ਪਾਉਂਦੇ ਸੀ, ਤੁਹਾਡੇ ਪਿੰਡ ਦੇ ਪ੍ਰਚਾਰ ਬੜਾ ਕਰਦੇ ਸੀ, ਐਵੇਂ ਬਾਬੇ ਕੁੱਤਿਆਂ ਨੂੰ ਪਾਈ ਜਾਂਦੇ ਆ। ਅਤੇ ਹੁਣ ਰੱਬ ਨੇ ਕੁੱਤਿਆਂ ਨੂੰ ਖਾਣ ਨੂੰ ਦੇਣਾ ਹੀ ਆ। ਹੁਣ ਪਸ਼ੂ ਮਰੀ ਜਾਂਦੇ ਆ, ਉਹ ਖਾਈ ਜਾਂਦੇ ਆ। ਜਿਸ ਕਾ ਨਾਹੀਂ ਕੋਏ ਹੈ, ਤਿਸ ਕਾ ਸਾਹਿਬ ਸੋਏ ਹੈ। ਫਿਰ ਸਾਰਿਆਂ ਨੇ ਮਾਫੀ ਮੰਗੀ ਅਤੇ ਫਿਰ ਕਿਰਪਾ ਕੀਤੀ, ਫਿਰ ਬੰਨ ਲੱਗਿਆ। ਅਤੇ ਮਹਾਂਪੁਰਖ ਜਿਹੜੇ ਆ, ਉਹਨਾਂ ਦੀ ਦੇਖੋ ਦ੍ਰਿਸ਼ਟੀ ਆਪਣੀ ਹੈ, ਸੰਸਾਰੀ ਜੀਵਾਂ ਦੀ ਆਪਣੀ ਸੋਚ ਹੈ। ਪਰ ਜਿਹੜੇ ਮਹਾਂਪੁਰਖ ਆ, ਉਹ ਨਗਰ ਦਾ, ਇਲਾਕੇ ਦਾ, ਸਭ ਦਾ ਭਲਾ ਕਰਨ ਵਾਸਤੇ ਜਿਹੜਾ ਵੀ ਕਰਮ ਕਰਦੇ ਆ, ਅਸੀਂ ਕਈ ਵਾਰੀ ਉਹਦੇ ਉੱਤੇ ਕੋਈ ਸ਼ੰਕਾ ਕਰ ਲੈਂਦੇ ਹਾਂ। ਉਹ ਸਾਡੀ ਫਿਰ ਸੋਚ ਦਾ ਫਲ ਸਾਡੇ ਸਾਹਮਣੇ ਆ ਜਾਂਦਾ, ਫਿਰ ਪਛਤਾ ਕੇ ਖਿਮਾ ਵੀ ਮੰਗਦੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਤ ਬਖਸ਼ਦੇ ਹਨ। ਨਾਨਕ ਪ੍ਰਭ ਸ਼ਰਨਾਗਤੀ, ਉਹ ਗੁਰਮੁਖ ਜਿਹੜਾ ਵੀ ਪ੍ਰਭੂ ਦੀ ਸ਼ਰਨ ਆਗਤ ਆ ਜਾਂਦਾ ਹੈ, ਜਾ ਕੈ ਸਭ ਕਿਛ ਹਾਥ, ਉਹਦੇ ਹੱਥ ਵਿੱਚ ਸਾਰਾ ਕੁਝ ਹੀ ਆ ਜਾਂਦਾ। ਕਈ ਕਹਿੰਦੇ ਲੈ ਗੁਰਦੁਆਰਿਆਂ 'ਚ ਘੁੰਮੀ ਜਾਂਦੇ, ਉੱਥੇ ਕੀ ਹੈ? ਉਹ ਇੱਕ ਵਾਰੀ ਦੀ ਗੱਲ ਆ, ਇੱਕ ਬਜ਼ੁਰਗ, ਉਹ ਮਹਾਂਪੁਰਖ ਹੁੰਦੇ ਸੀ, ਕਹਿੰਦੇ ਚਲੋ ਦਰਸ਼ਨ ਕਰਾਈਏ। ਉਹ ਬੈਲ ਰੱਖਦਾ ਹੁੰਦਾ ਸੀ, ਬਹੁਤ ਸੋਹਣੇ, ਜੋੜੀ ਵਧੀਆ, ਗਾਡੀਵਾਨ ਚੰਗਾ ਸੀ। ਕਹਿੰਦਾ ਮੇਰੇ ਬੈਲਾਂ ਦੇ ਦਰਸ਼ਨ ਕਰ ਲੈ, ਸੰਤ ਦੇ ਦਰਸ਼ਨ ਕੀ ਕਰਨੇ ਆ? ਉਹ ਕਹਿੰਦੇ ਇਉਂ ਨਹੀਂ ਕਹੀਦਾ ਹੁੰਦਾ, ਜਾਬਤੇ ਵਿੱਚ ਰਹੀਦਾ ਹੁੰਦਾ। ਜਵਾਨ ਤੋਂ ਬਚਨ ਨਿਕਲਿਆ, ਮੁੜ ਕੇ ਵਾਪਸ ਨਹੀਂ ਮੁੜਦਾ ਹੁੰਦਾ। ਤੀਰ ਕਮਾਨੋ ਸੁਖਨ ਜਵਾਨੋ, ਪਰ ਉਹ ਹਉਮੈ ਹੁੰਦੀ। ਉਹ ਦਰਸ਼ਨ ਨੂੰ ਚਲ ਗਿਆ। ਉਹ ਬੈਲਾਂ ਨੂੰ ਬੜੀਆਂ ਨਿਹਾਰੀਆਂ ਨਿਹੋਰੀਆਂ ਦਿੰਦਾ ਹੁੰਦਾ ਸੀ, ਪੇੜੇ ਬਣਾ ਕੇ ਦਿੱਤੇ। ਉਹ ਸਾਰੇ ਸਾਲ ਹੀ ਨਾਲੀ 'ਚ ਜੰਮ ਗਏ। ਉਹ ਦਰਸ਼ਨ ਕਿਆ ਕਰਕੇ ਆ, ਤੇ ਬੈਲ ਮੂੰਹਦੇ ਪਏ। ਫਿਰ ਹੋਈ ਜਾਏ, ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ, ਸੰਤਨ ਸੇਤੀ ਮਸ਼ਕਰੀ ਕੁਲ ਡੋਬਨ ਕੀ ਰੀਤ, ਭਾਗਵਾਨ ਸੇਵਾ ਕਰੇ ਤੇ ਹੁਜ ਤਾਂ ਕਰੇ ਪਲੀਤ।
ਦਰਵਾਸ਼ਾ ਸੋ ਕਰਤ ਠਗੋਰੀ, ਜਦ ਇਹ ਫਲ ਪਾਏ। 58 ਕਰੋੜ ਜਦ ਬਤਵਾ ਹੋਇਆ ਸੀ। ਇਉਂ ਨਹੀਂ ਕਹੀਦਾ ਹੁੰਦਾ, ਮਰਜ਼ਾਦਾ ਵਿੱਚ ਰਹੀਦਾ ਹੁੰਦਾ। ਮਹਾਰਾਜ ਦੱਸਦੇ ਹਨ, ਜਾ ਕਾ ਸਭ ਕਿਛ ਹਾਥ। ਉਸ ਪਰਮਾਤਮਾ ਦੇ ਹੱਥ ਵਿੱਚ ਸਾਰਾ ਕੁਛ। ਜਿਹੜੇ ਉਹਦੇ ਬਣ ਜਾਂਦੇ ਆ, ਉਹਨਾਂ ਦੇ ਹੱਥ 'ਚ ਵੀ ਉਹ ਬੇਅੰਤ ਕਲਾ ਬਖਸ਼ ਦਿੰਦਾ ਹੈ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਨਾਨਕ ਪ੍ਰਭ ਸ਼ਰਨਾਗਤੀ, ਜਾ ਕਾ ਸਭ ਕਿਛ ਹਾਥ। ਇਸ ਕਰਕੇ ਪ੍ਰੇਮੀਓ, ਆਪਣੇ ਮਨ ਦੀ ਹਉਮੈ ਹੰਕਾਰ ਤਿਆਗ ਕੇ ਉਹਦੀ ਸ਼ਰਨ ਵਿੱਚ ਆਓ, ਕਿਉਂਕਿ ਕਰ ਹੈ ਰਾਮ ਹੋਏ ਹੈ ਸੋਏ। ਸਾਰਾ ਕੁਛ ਉਹਦੇ ਹੱਥ ਹੈ। ਇਸ ਕਰਕੇ ਕਦੇ ਵੀ ਹੰਕਾਰ ਨਹੀਂ ਕਰਨਾ। ਨਿਮਰਤਾ, ਹਲੀਮੀ, ਗਰੀਬੀ ਧਾਰ ਕੇ ਗੁਰੂ ਮਹਾਰਾਜ ਦਾ ਸਤਿਕਾਰ ਕਰਨਾ, ਸੇਵਾ ਕਰਨੀ। ਇਹਦੇ 'ਚ ਸਾਰੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਸੋ ਅੰਤ ਵਿੱਚ ਸੰਤ ਬਾਬਾ ਜੋਗਿੰਦਰ ਸਿੰਘ ਜੀ, ਸਹਿਯੋਗ ਵਾਲੇ ਸਾਰੇ ਸੇਵਾਦਾਰ, ਗਿਆਨੀ ਜੀ, ਸਾਰੀਆਂ ਸੰਗਤਾਂ ਦਾ ਸਮੁੱਚੇ ਰੂਪ 'ਚ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ। ਅੱਜ ਸੰਗਤ ਦੇ ਭਾਵੇਂ 20 ਡੇ ਸੀ, ਫਿਰ ਵੀ ਸੰਗਤ ਨੇ ਬੜਾ ਉਤਸ਼ਾਹ ਦਿਖਾਇਆ। ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਔਰ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।